ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ, ਜੁਗਲ ਚਰਨ ਮਮ ਵੰਦਨਾ। ਧਾਰ ਕਰ ਧਾਰ ਪਰਮਾਥ, ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵੜਿਆ ਗੀ, ਪਾਵਹਿ ਗਾਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਰਾਗ ਸੂਹੀ ਸ਼ੰਤ ਮਹੱਲਾ ਚੌਥਾ। ਘਰ ਦੂਜਾ। ਗੁਰਮੁਖ ਹਰਿ ਗੁਣ ਗਾਏ, ਹਿਰਦੈ ਰਸਨ ਰਸਾਏ। ਗੁਰਮੁਖ ਹਰਿ ਗੁਣ ਗਾਏ, ਹਿਰਦੈ ਰਸਨ ਰਸਾਏ। ਹਰਿ ਰਸਨ ਰਸਾਏ, ਮੇਰੇ ਪ੍ਰਭ ਭਾਏ। ਮਿਲਿਆ ਸਹਿਜ ਸੁਭਾਏ, ਅਨ ਦਿਨ ਭੋਗ ਭੋਗੇ। ਸੁਖ ਸੋਵੈ ਸ਼ਬਦ ਰਹੈ ਲਿਵ ਲਾਏ। ਵੱਡੇ ਭਾਗ ਗੁਰ ਪੂਰਾ ਪਾਈਐ, ਅਨ ਦਿਨ ਨਾਮ ਧਿਆਏ। ਸਹਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੋਨੇ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਬੜੇ ਪਿਆਰ ਸਤਿਕਾਰ ਦੇ ਨਾਲ
ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਗੁਰੂ ਮਹਾਰਾਜ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ। ਪੰਜ ਬਾਣੀਆਂ ਦੇ ਨਿਤਨੇਮ, ਗੁਰੂ ਕੇ ਕੀਰਤਨੀਆਂ ਨੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਸ਼੍ਰੀ ਆਸਾ ਜੀ ਵਾਰ ਦਾ ਸੰਪੂਰਨ ਕੀਰਤਨ ਸ਼ਰਵਣ ਕਰਵਾਇਆ ਹੈ। ਉਪਰੰਤ ਚੱਲ ਰਹੀ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਅੰਮ੍ਰਿਤ ਰੂਪ ਕਥਾ ਵਿਚਾਰ ਆਪ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਸਮੇਂ ਨਾਲ ਆ ਕੇ ਸੰਗਤ ਵਿੱਚ ਸੱਜ ਕੇ ਸਰਵਣ ਕਰਦੇ ਹੋ। ਪਿਛਲੇ ਪਹਿਰਾਂ ਵਿਖੇ ਗੁਰ ਇਤਿਹਾਸ ਦੀ ਕਥਾ ਇਸੇ ਤਰ੍ਹਾਂ ਜੋ ਸਥਾਨ ਦੀ ਮਰਜ਼ਾਦਾ ਹੈ ਉਹਦੇ ਮੁਤਾਬਕ ਇਹ ਸਾਰੀ ਪ੍ਰਕਿਰਿਆ ਸਵੇਰ ਤੋਂ ਸ਼ਾਮ ਤਾਈਂ ਚੱਲਦੀ ਹੈ। ਸੋ ਗੁਰੂ ਮਹਾਰਾਜ ਨੇ ਆਪਣੇ ਸਮੇਂ ਹੀ ਐਸੀਆਂ ਜੋ ਮਰਜ਼ਾਦਾ ਸੀ ਕਾਇਮ ਕੀਤੀਆਂ, ਜਿਹਦੇ ਉੱਪਰ ਗੁਰਸਿੱਖ ਸੰਗਤਾਂ ਪਹਿਰਾ ਦੇ ਰਹੀਆਂ ਹਨ। ਸਮੇਂ ਦੀ ਜੋ ਵੰਡ ਹੈ ਉਹ ਗੁਰਸਿੱਖਾਂ ਵਾਸਤੇ ਮਹਾਰਾਜ ਨੇ ਬੜੇ ਸੁੰਦਰ ਢੰਗ ਦੇ ਨਾਲ ਕੀਤੀ ਹੈ। ਅੰਮ੍ਰਿਤ ਵੇਲੇ ਦੀ ਸੰਭਾਲ ਕਿਵੇਂ ਕਰਨੀ ਹੈ, ਸਾਰੇ ਦਿਨ ਦਾ ਜੋ ਵਿਵਹਾਰ ਹੈ ਉਹਦੇ ਬਾਰੇ, ਔਰ ਸ਼ਾਮ ਦਾ ਸਮਾਂ ਜਿਹੜਾ ਸਾਰਾ ਹੀ ਨਿਸ਼ਚਿਤ ਕੀਤਾ ਹੈ। ਸੌਣ ਦਾ ਸਮਾਂ, ਜਾਗਣ ਦਾ ਸਮਾਂ, ਕਾਰੋਬਾਰਾਂ ਦਾ ਸਮਾਂ, ਨਿਤਨੇਮ ਵਾਸਤੇ, ਸਤਸੰਗਤ ਵਾਸਤੇ, ਵਿੱਚੇ ਸੇਵਾ ਜਾਂ ਹੋਰ ਵੀ ਜੋ ਨੇਕੀ ਪੁੰਨ ਕਰਮ ਹਨ। ਐਸਾ ਸਮਾਂ ਗੁਰਸਿੱਖ ਵਾਸਤੇ ਵਿਹਲਾ ਨਹੀਂ ਕਿ ਉਹ ਆਪਣੇ ਮਨ ਨੂੰ ਲਾਉਣ ਵਾਸਤੇ ਕਿਸੇ ਹੋਰ ਰਜੀਵੇਂ ਦਾ ਆਸਰਾ ਲਵੇ। ਹਰ ਪਾਸੇ ਸੇਵਾ ਦਾ, ਸਿਮਰਨ ਦਾ, ਸਤਸੰਗ ਦਾ, ਗੁਰਬਾਣੀ ਦੇ ਕੀਰਤਨ, ਕਥਾ ਗਿਆਨ ਦਾ ਆਸਰਾ ਲੈਣ ਦਾ ਕੈਸਾ ਸੁੰਦਰ ਢੰਗ ਬਣਾਇਆ ਹੋਇਆ ਹੈ। ਜਿਹੜੇ ਮਾਈ ਭਾਈ ਇਸ ਮਰਜ਼ਾਦਾ ਵਿੱਚ ਆਪਣੇ ਜੀਵਨ ਨੂੰ ਢਾਲਦੇ ਹਨ, ਉਹਨਾਂ ਦਾ ਜੀਵਨ ਬੜਾ ਸੁੰਦਰ ਔਰ ਸ੍ਰੇਸ਼ਟ ਬਣ ਜਾਂਦਾ ਹੈ। ਜਿਵੇਂ ਸੁਨਿਆਰਾ ਕੁਠਾਲੀ ਵਿੱਚ ਸੋਨਾ ਢਾਲਦਾ ਹੈ, ਫਿਰ ਉਹਦੇ ਵਿੱਚੋਂ ਖੋਟ ਕੱਢਦਾ ਹੈ। ਇਸ ਤਰ੍ਹਾਂ ਇਹ ਗੁਰਬਾਣੀ ਦੀ ਜਿਹੜੀ ਕਥਾ ਹੈ ਇਹ ਮਨ ਦੇ ਖੋਟ ਕੱਢਦੀ ਹੈ। ਇਨਸਾਨ ਨੂੰ ਪਤਾ ਲੱਗਦਾ ਮੈਂ ਕਰ ਕੀ ਰਿਹਾ ਤੇ ਗੁਰੂ ਮਹਾਰਾਜ ਦਾ ਹੁਕਮ ਕੀ ਹੈ। ਜੇ ਤਾਂ ਹੁਕਮ ਮੰਨ ਕੇ ਉਹ ਔਗਣ ਜਿਹੜੇ ਸਾਡੇ ਜੀਵਨ ਦਾ ਨੁਕਸਾਨ ਕਰਦੇ ਹਨ ਛੱਡ ਦਈਏ, ਉਹ ਪਵਿੱਤਰ ਗੁਣ ਜਿਹਦੇ ਨਾਲ ਜੀਵਨ ਸ਼ਿੰਗਾਰਿਆ ਜਾਂਦਾ ਹੈ ਧਾਰਨ ਕਰ ਲਈਏ, ਤੇ ਇਨਸਾਨ ਨੂੰ ਕੋਈ ਸਵਰਗ ਲੱਜਣ ਦੀ ਲੋੜ ਨਹੀਂ। ਇਹ ਧਰਤੀ ਉਹਦੇ ਵਾਸਤੇ ਸਵਰਗ ਜਾਂ ਬਕੁੰਠ ਬਣ ਜਾਂਦੀ ਹੈ। ਕੋਕ ਵੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਇਹ ਬਕੁੰਠ ਧਾਮ ਹੈ ਗੁਰੂ ਕੀ ਸੰਗਤ। ਆਓ ਪਿਆਰ ਦੇ ਨਾਲ ਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਵਾਹਿਗੁਰੂ ਪਰਮੇਸ਼ਰ
ਪਰਮੇਸ਼ਰ ਇੱਕ ਅਦਵੈਤ ਸਰੂਪ ਹਨ, ਜਿਨ੍ਹਾਂ ਵਿੱਚ ਦਵੈਸ਼ ਨਹੀਂ, ਔਰ ਓਂਕਾਰ ਪ੍ਰਕਾਸ਼ ਰੂਪ ਹਨ, ਉਹਨਾਂ 'ਚ ਅੰਧਕਾਰ ਅਗਿਆਨਤਾ ਦਾ ਹਨੇਰਾ ਨਹੀਂ। ਐਸੇ ਜੋ ਸਤਿਚਿਤ ਆਨੰਦ ਸਰੂਪ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਦੁਆਰਾ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਰਾਗ ਸੂਹੀ ਸ਼ੰਤ ਮਹੱਲਾ ਚੌਥਾ। ਰਾਗ ਸੂਹੀ ਹੈ, ਸ਼ੰਤਾਂ ਦੀ ਬਾਣੀ, ਨਿਰੰਕਾਰ ਦਾ ਜਸ ਹੈ। ਸ਼ੰਤ ਛੰਦ ਦਾ ਵੀ ਨਾਮ ਹੈ, ਜਸ ਦਾ ਵੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਘਰ ਦੂਜਾ। ਦੂਸਰੇ ਘਰ ਵਿੱਚ ਇਹ ਸ਼ਬਦ ਉਚਾਰਿਆ ਹੈ। ਗੁਰਮੁਖ ਹਰ ਗੁਣ ਗਾਏ। ਜਿਹੜੇ ਗੁਰਮੁਖ ਹਨ ਉਹ ਗੁਰੂ ਦੇ ਮੁਖ ਦਾ ਉਪਦੇਸ਼ ਸੁਣ ਕੇ ਗੁਰਮੁਖ ਬਣਨ ਵਾਸਤੇ ਪਰਮੇਸ਼ਰ ਦੇ ਪਵਿੱਤਰ ਗੁਣ ਗਾਉਂਦੇ ਹਨ। ਹਿਰਦੈ ਰਸਨ ਰਸਾਏ। ਹਿਰਦੇ ਵਿੱਚ ਸਤਿਗੁਰੂ ਦਾ ਪਿਆਰ ਧਾਰ ਕੇ ਰਸਨਾ ਦੁਆਰਾ ਉਸ ਨਾਮ ਨੂੰ ਰਸ ਦੇ ਨਾਲ, ਬੜੇ ਪਿਆਰ ਦੇ ਨਾਲ, ਆਨੰਦ ਨਾਲ ਜਪਦੇ ਹਨ। ਹਰ ਰਸਨ ਰਸਾਏ। ਜਦੋਂ ਹਰੀ ਪਰਮੇਸ਼ਰ ਦੇ ਨਾਮ ਨੂੰ ਰਸਨਾ ਨਾਲ ਰਸਾ ਕੇ ਮਿਲਾ ਕੇ ਸ਼ਰਧਾ ਨਾਲ ਜਪਿਆ ਜਾਂਦਾ ਹੈ। ਮੇਰੇ ਪ੍ਰਭ ਭਾਏ। ਉਹ ਮੇਰੇ ਪ੍ਰਭੂ ਨੂੰ ਭਾਗ ਹੈ, ਮਨਜ਼ੂਰ ਹੋ ਗਿਆ। ਜਿਵੇਂ ਭੋਜਨ ਖਾਂਦੇ ਹਾਂ, ਥੋੜ੍ਹਾ ਚਬਾ ਚਬਾ ਕੇ ਖਾਈਏ ਨਾ, ਰਸ ਪੈਦਾ ਹੋ ਜਾਂਦਾ, ਅਤੇ ਜਿਵੇਂ ਬੁਰਕੀਆਂ ਲੰਘਾਈ ਜਾਈਏ ਉਹ ਢਿੱਡ ਪੀੜ ਵੀ ਕਰਦੀ ਅਤੇ ਸਵਾਦ ਵੀ ਨਹੀਂ ਬਣਦਾ। ਇਸ ਤਰ੍ਹਾਂ ਜਦੋਂ ਪਿਆਰ ਦੇ ਨਾਲ ਰਸਨਾ ਨਾਲ ਨਾਮ ਜਪਿਆ ਜਾਏ, ਉਹਦੇ 'ਚ ਰਸ ਪੈਦਾ ਹੋ ਜਾਂਦਾ ਹੈ। ਸਤਿਗੁਰੂ ਜੀ ਐਸਾ ਉਪਦੇਸ਼ ਦਿੰਦੇ ਹਨ। ਮਿਲਿਆ ਸਹਿਜ ਸੁਭਾਏ। ਫਿਰ ਉਹ ਸਹਿਜ ਸੁਭਾਏ ਸੁਤੇ ਸਿੱਧੇ ਹੀ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਪ੍ਰਾਪਤ ਤਾਂ ਸਾਰਿਆਂ ਨੂੰ ਹੀ ਆ, ਪਰ ਸਰੂਪ ਦੀ ਲਖਤਾ ਨਹੀਂ ਸਾਰਿਆਂ ਨੂੰ। ਜਿਵੇਂ ਲੱਕੜ ਵਿੱਚ ਅੱਗ ਤੇ ਹੈ, ਹਰ ਲੱਕੜ ਵਿੱਚ, ਪਰ ਉਹ ਕਾਰਜ ਨਹੀਂ ਸਵਾਰਦੀ। ਜਦੋਂ ਉਹਨੂੰ ਪ੍ਰਗਟ ਕਰ ਲਈਏ ਬਹੁਤ ਕਾਰਜ ਸਵਾਰਦੀ ਹੈ। ਆਤਮਾ ਚੇਤਨ ਸੱਤਾ ਸਾਰਿਆਂ 'ਚ ਪ੍ਰਾਪਤੀ ਕੀ ਆਪ ਪ੍ਰਾਪਤੀ ਕਿਮ ਮੰਨੀਏ। ਰੱਬ ਤੇ ਪ੍ਰਾਪਤ ਹੈ, ਜੇ ਕਹੀਏ ਪ੍ਰਾਪਤ ਨਹੀਂ, ਉਹਦੀ ਆਪ ਪ੍ਰਾਪਤੀ ਕਿਵੇਂ ਮੰਨੀਏ। ਉਹ ਸਦਾ ਹੀ ਪ੍ਰਾਪਤ ਆ, ਪਰ ਉਹ ਬੁੱਧੀ ਤੇ ਅਵਰਨ ਹੋਣ ਕਰਕੇ ਸਾਖਿਆਤ ਪ੍ਰਗਟ ਨਹੀਂ। ਅਤੇ ਜਿਹੜੇ ਫਿਰ ਨਾਮ ਜਪਦੇ ਆ, ਹੌਲੀ ਹੌਲੀ ਉਹ ਜਿੰਨੀਆਂ ਪਰਤਾਂ ਟੁੱਟ ਜਾਂਦੀਆਂ, ਉਹ ਸਾਖਿਆਤ ਪ੍ਰਤੱਖ ਹੋ ਜਾਂਦਾ ਹੈ। ਅਨ ਦਿਨ ਭੋਗ ਭੋਗੇ ਸੁਖ ਸੋਵੈ। ਉਹ ਦਿਨ ਰਾਤ ਆਤਮਕ ਆਨੰਦ ਦੇ ਆਨੰਦ ਨੂੰ ਭੋਗਦੇ ਹਨ, ਮਾਣਦੇ ਹਨ, ਸੁੱਖ ਵਿੱਚ ਸੌਂਦੇ ਹਨ। ਸੁੱਖ ਦੁਆਰਾ ਜੋ ਸਮਾਧੀ ਦਾ ਆਨੰਦ ਹੈ ਉਸ ਨੂੰ ਪ੍ਰਾਪਤ ਕਰਦੇ ਹਨ। ਸਬਦ ਰਹੈ ਲਿਵ ਲਾਏ। ਕਿਉਂਕਿ ਲਿਵ ਲਾਉਣ ਵਾਸਤੇ ਦੁਨੀਆ ਨਾਟਕ ਚੇਟਕ ਸਿਨੇਮੇ ਆ, ਥੀਏਟਰ ਆ, ਕਲੱਬਾਂ ਪੱਬਾਂ 'ਚ ਆ, ਹੋਰ ਕਈ ਤਰ੍ਹਾਂ ਦੇ ਆਸ਼ਕੀਆਂ ਮਸ਼ੂਕੀਆਂ ਦੇ ਗੀਤ ਗੂਤ ਹਨ। ਇਹਨਾਂ ਦੁਆਰਾ ਉਹ ਸੁਰਤੀ ਵਿਰਤੀ ਲਾਉਣੀ ਚਾਹੁੰਦੇ ਆ, ਪਰ ਇਹਦੇ ਨਾਲ ਮਨ ਹੋਰ ਚੰਚਲ ਵਿਕਾਰੀ ਹੋ ਕੇ ਕਈ ਵਾਰੀ ਇਨਸਾਨ ਨੂੰ ਅਖਲਾਕ ਤੋਂ ਗਿਰਾ ਦਿੰਦਾ ਹੈ। ਪਰ ਉਹ ਜਿਹੜਾ ਗੁਰੂ ਦਾ ਸ਼ਬਦ ਹੈ, ਜੋ ਮਨ ਨੂੰ ਸ਼ੁੱਧ ਪਵਿੱਤਰ ਕਰਨ ਵਾਲਾ ਹੈ, ਗੁਰੂ ਦਾ ਉਪਦੇਸ਼ ਹੈ, ਇਹਦੇ ਦੁਆਰਾ ਕਮਾਈ ਕਰਕੇ ਆਪਣੀ ਲਿਵ ਬਿਰਤੀ ਸੁਰਤੀ ਨੂੰ ਮਾਲਕ ਨਾਲ ਜੋੜਦੇ ਹਨ। ਵੱਡਾ ਭਾਗ ਗੁਰ ਪੂਰਾ ਪਾਈਐ। ਉਹ ਵੱਡੇ ਭਾਗ ਹੋਣ ਫਿਰ ਪੂਰਾ ਗੁਰੂ ਪਾਇਆ ਜਾਂਦਾ ਹੈ। ਇੱਕ ਵਾਰੀ ਪੂਰੇ ਗੁਰੂ ਲਈ ਚਰਚਾ ਚੱਲੀ,
ਰਕਬਾ ਪਿੰਡ ਆ ਲੁਧਿਆਣੇ। ਉੱਥੇ ਗਰੀਬਦਾਸੀਆਂ ਮਹਾਂਪੁਰਖਾਂ ਦੀਆਂ ਬਰਕਤ ਕੁਟੀਆਂ। ਅੱਗੇ ਬਰਕਤ ਸਾਧੂ ਹੁੰਦੇ ਸੀ, ਉਹ ਫਿਰ ਰਹਿੰਦੇ ਹੁੰਦੇ ਸੀ। ਭਿਖਿਆ ਦਾ ਭੋਜਨ ਛਕ ਲੈਣਾ, ਭਜਨ ਬਾਣੀ ਕਰਨੀ। ਚੰਗੇ ਵਿਦਵਾਨ ਸਾਧੂ ਵਿਚਾਰ ਚੱਲ ਪਈ ਤੇ ਪੂਰੇ ਗੁਰੂ ਦੀ ਗੱਲ ਚੱਲਦੀ ਹੈ। ਪੂਰਾ ਗੁਰੂ ਕਿਵੇਂ ਮਿਲੇ ਇਸ ਕਲਯੁਗ ਵਿੱਚ। ਸੰਤ ਮੇਹਰ ਸਿੰਘ ਜੀ ਜੋ ਜਗਰਾਵਾਂ ਸਥਾਨ ਸੀ, ਫਿਰ ਉਹ ਦੇਹਰਾਦੂਨ ਰਹਿੰਦੇ ਰਹੇ। ਬੜੇ ਕਮਾਈ ਵਾਲੇ ਮਹਾਂਪੁਰਖ ਵਿਦਵਾਨ ਵੀ ਸੀ। ਉਹਨਾਂ ਨੂੰ ਮਧਿਆਸ ਥਾਪਿਆ ਗਿਆ ਕਿ ਆਪ ਨਿਰਣਾ ਕਰੋ। ਉਹ ਕਹਿਣ ਲੱਗੇ ਗੱਲ ਤੇ ਬੜੀ ਛੋਟੀ ਜਿਹੀ ਹੈ, ਤੇ ਜੇ ਆਪਣੀ ਜੇਬ ਵਿੱਚ 2 ਪੈਸੇ ਆ, ਬਾਜ਼ਾਰ 'ਚੋਂ 2 ਪੈਸਿਆਂ ਦਾ ਸੌਦਾ ਮਿਲੇਗਾ। 100 ਹੈ ਜਾਂ ਵੱਧ ਘੱਟ, ਉਹਦੇ ਨਾਲ ਉਸ ਤਰ੍ਹਾਂ ਮਿਲੇਗਾ। ਜੇ ਤਾਂ ਸ਼ਰਧਾ 2 ਪੈਸਿਆਂ ਦੀ ਹੈ, ਫਿਰ 2 ਪੈਸਿਆਂ ਵਾਲਾ ਗੁਰੂ ਮਿਲਣਾ। ਤੇ ਜੇ ਭਾਈ ਬਾਲਾ ਜੀ ਤੇ ਮਰਦਾਨਾ ਜੀ ਵਾਲੀ ਸ਼ਰਧਾ, ਧੰਨ ਗੁਰੂ ਅੰਗਦ ਸਾਹਿਬ ਜੀ ਵਾਲੀ, ਬਾਬਾ ਬੁੱਢਾ ਸਾਹਿਬ ਵਾਲੀ, ਫਿਰ ਧੰਨ ਗੁਰੂ ਨਾਨਕ ਸਾਹਿਬ ਵਰਗਾ ਪੂਰਾ ਗੁਰੂ ਮਿਲ ਜਾਂਦਾ ਹੈ। ਇਹ ਭਾਵਨਾ ਬਣਾਉਣੀ ਪੈਂਦੀ ਹੈ। ਜਿਨ੍ਹਾਂ ਦੇ ਅੰਦਰ ਐਸੀ ਭਾਵਨਾ, ਉਹਨਾਂ ਨੂੰ ਪੂਰੇ ਗੁਰੂ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦੇ ਹਨ। ਆਨ ਦਿਨ ਨਾਮ ਧਿਆਏ। ਭਾਗਾਂ ਵਾਲਿਆਂ ਦਾ ਲੱਛਣ ਕੀ ਹੈ? ਆਨ ਦਿਨ, ਦਿਨ ਰਾਤ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਹੁਣ ਇੱਥੇ ਪ੍ਰਸ਼ਨ ਆ ਕਿ ਦਿਨਾਂ ਨੂੰ ਤਾਂ ਹੱਠ ਕਰਕੇ ਕੋਈ ਕਰੀ ਜਾਏਗਾ, ਰਾਤ ਸੌ ਜਾਂਦਾ, ਫੇਰ ਕਿਵੇਂ ਕਰੇਗਾ? ਸੁੱਤਿਆਂ ਸੁਪਨਾ ਚੱਲਦਾ ਕਿ ਨਹੀਂ? ਸਰੀਰ ਜਾੜਿਆ ਤੇ ਉਸ ਵੇਲੇ ਵੀ ਮਨ ਬੁੱਧੀ ਆਪਣਾ ਕਾਰਜਕ੍ਰਮ ਕਰ ਰਹੀ ਹੈ, ਸਵਾਸ ਵੀ ਚੱਲ ਰਿਹਾ ਹੈ। ਜਿਸ ਤਰ੍ਹਾਂ ਇਹ ਕਿਰਿਆ ਹੁੰਦੀ ਹੈ, ਜਦੋਂ ਅਭਿਆਸ ਦੀ ਸਟੇਜ ਪੂਰੀ ਹੋ ਜਾਏ ਤੇ ਸੁੱਤਿਆਂ ਵੀ ਸਿਮਰਨ ਦੀ ਅਵਸਥਾ ਬਣ ਜਾਂਦੀ। ਗੁਰਮੁਖ ਰੋਮ ਰੋਮ ਹਰਿ ਧਿਆਵੈ ਪ੍ਰਾਪਤ ਹੋ ਜਾਂਦੀ ਹੈ। ਉਹ ਦਿਨ ਰਾਤ ਨਾਮ ਧਿਆਉਂਦੇ ਹਨ। ਸਹਿਜ ਸਹਿਜ ਮਿਲਿਆ ਜਗ ਜੀਵਨ। ਜਦੋਂ ਸਹਿਜ ਅਵਸਥਾ ਨੂੰ ਧਾਰਿਆ ਤੇ ਸਹਿਜ ਗਿਆਨ ਦੀ ਪ੍ਰਾਪਤੀ ਕਰਕੇ ਜਗ ਦਾ ਜੀਵਨ ਆਸਾ ਰੂਪੀ ਪਰਮੇਸ਼ਰ ਉਹਨਾਂ ਨੂੰ ਮਿਲ ਗਿਆ ਹੈ। ਨਾਨਕ ਸੋਨੇ ਸਮਾਏ। ਪਾਤਸ਼ਾਹ ਜੀ ਬਾਣੀ ਦੁਆਰਾ ਸ਼੍ਰੀ ਗੁਰੂ ਰਾਮਦਾਸ ਜੀ ਕਹਿੰਦੇ, ਫਿਰ ਸੁਣ ਜਦੋਂ ਉਹ ਫੁਰ ਅਵਸਥਾ ਹੋ ਜਾਂਦੀ ਹੈ, ਫੁਰਨੇ ਜਿਹੜੇ ਇਹੀ ਤੋੜੀ ਬੈਠੇ, ਜਦੋਂ ਫੁਰਨੇ ਖਤਮ ਹੋ ਗਏ, ਲਿਵ ਨਿਰੰਕਾਰ ਨਾਲ ਜੁੜ ਗਈ, ਸੁਨ ਅਫੁਰ ਰੂਪੀ ਜਿਹੜਾ ਪਰਮਾਤਮਾ ਸੁਣਨੇ ਸੁਣ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵੇਂਗੇ, ਉਹਦੇ ਵਿੱਚ ਅਭੇਦ ਹੋ ਜਾਂਦੇ ਹਨ। ਸੰਗਤ ਸੰਤ ਮਿਲਾਏ। ਹਾਂ, ਉਹ ਸੰਗਤ ਜਿਹਦੇ ਵਿੱਚ ਪੂਰਨ ਸੰਤ ਜਿਹੜਾ, ਉਹ ਸੰਗਤ ਬਖਸ਼ ਕੇ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਥੋੜ੍ਹੇ ਦਿਨ ਪਹਿਲਾਂ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਸੱਚਖੰਡ ਗਏ ਆ। ਵੈਸੇ ਤਾਂ ਸਦਾ ਹੀ ਸੱਚਖੰਡ 'ਚ ਰਹਿੰਦੇ ਮਹਾਂਪੁਰਖ ਜਿਹੜੇ ਹੁੰਦੇ ਆ। ਉਹਨਾਂ ਨੂੰ ਪੁੱਛਿਆ ਮਹਾਰਾਜ ਕਿ ਜੀਵਨ ਮੁਕਤੀ ਦੀ ਅਵਸਥਾ ਵਧੇ ਮੋਕਸ਼ ਦੀ। ਕਹਿੰਦੇ ਜੀਵਨ ਮੁਕਤੀ ਦਾ ਆਨੰਦ ਲੈ ਹੀ ਰਹੇ ਹਾਂ, ਜਦੋਂ ਸਰੀਰ ਤਿਆਗ ਦਿਆਂਗੇ ਫਿਰ ਵਧੇ ਮੋਕਸ਼ ਹੋ ਜਾਏਗੀ। ਸੰਗਤ ਸੰਤ ਮਿਲਾਏ। ਆ ਸੰਤਾਂ ਦੀ ਜਿਹੜੀ ਸੰਗਤ, ਉਹ ਪਰਮਾਤਮਾ ਨੂੰ ਮਿਲਾ ਦਿੰਦੀ ਹੈ। ਹਰ ਸਾਰ ਨਿਰਮਲ ਨਹਾਏ। ਜਦੋਂ ਹਰੀ ਦੇ ਸਦਰਸ਼ ਆਪਣਾ ਆਪ ਸਮਰਪਿਤ ਕਰਤਾ, ਇਹ ਜਿਹੜੀ ਬਾਣੀ ਦੀ ਗੰਗਾ ਹੈ, ਇਹਦਾ ਜਿਹੜਾ ਅਭਿਆਸ ਹੈ, ਇਹਦੇ ਵਿੱਚ ਇਹ ਨਹਾਏ ਉਹ ਇਸ਼ਨਾਨ ਕਰਦੇ ਹਨ। ਨਿਰਮਲ ਜਲ ਨਹਾਏ। ਇਹ ਜਿਹੜਾ ਉਪਦੇਸ਼ ਰੂਪੀ ਜਲ ਬੜਾ ਨਿਰਮਲ ਹੈ, ਮਾਨਸਿਕ ਮੰਡਲ ਦਾ ਇਹਦੇ ਵਿੱਚ ਇਸ਼ਨਾਨ ਕਰਦੇ ਹਨ। ਮੈਲ ਗਵਾਏ। ਜਿਹੜੀ ਫਿਰ ਮਲ ਬਖਸ਼ੇਪ ਅਵਰਨ ਦੀ ਮੈਲ ਲੱਗੀ ਹੋਈ ਹੈ, ਕਰਮ
ਕਰਮ ਉਪਾਸਨਾ ਗਿਆਨ ਦੁਆਰਾ ਸ਼ਬਦ ਦਾ ਅਭਿਆਸ ਕਰਕੇ ਗਵਾ ਦਿੰਦੇ, ਦੂਰ ਕਰ ਦਿੰਦੇ ਹਨ। ਭਏ ਪਵਿੱਤ ਸਰੀਰਾ, ਉਹ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ ਪਵਿੱਤਰ ਹੋ ਜਾਂਦੇ ਹਨ। ਦੁਰਮਤ ਮੈਲ ਗਈ ਭ੍ਰਮ ਭਾਗਾ, ਖੋਟੀ ਮਤ ਮੈਲ ਲੱਗੀ ਹੋਈ ਸੀ ਨਾ ਅਗਿਆਨ ਅਵਿਦਿਆ ਦੀ, ਉਹ ਦੂਰ ਹੋ ਗਈ। ਜਿਹੜਾ 5 ਪ੍ਰਕਾਰ ਦਾ ਭਰਮ ਸੀ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ, ਬ੍ਰਹਮ ਮਿੱਤਰ ਜਗ ਸਤ ਹੈ, ਪੰਚੋਂ ਭਰਮ, ਇਹ ਜਿਹੜੇ ਸਾਰੇ ਨਿਵਰਤ ਹੋ ਜਾਂਦੇ ਹਨ। ਹਉ ਮੈਂ ਬਿਨਠੀ ਪੀਰਾ, ਜਿਹੜੇ ਹਉਮੈ ਦੀ ਪੀੜ ਸੀ, ਜਦੋਂ ਹਉਮੈ ਹੁੰਦੀ ਨਾ, ਉਹ ਦੂਏ ਦਾ ਜਸ ਦੇਖ ਕੇ ਬਰਦਾਸ਼ਤ ਨਹੀਂ ਕਰਦਾ, ਦੂਏ ਦੀ ਮਾਇਆ ਭੂਤੀ ਦੇਖ ਕੇ ਬਰਦਾਸ਼ਤ ਨਹੀਂ ਕਰਦਾ ਹੈ। ਇਹ ਮੇਰੇ ਕੋਲ ਹੋਣਾ ਚਾਹੀਦਾ ਸੀ, ਇਹਦੇ ਕੋਲ ਕਿਉਂ ਆ? ਇਹ ਬੜੀ ਪੀੜ ਹੁੰਦੀ ਹੈ। ਤੇ ਜਦੋਂ ਨਾਮ ਦਾ ਅਭਿਆਸ ਕਰੀਏ, ਹਉਮੈ ਨਿਵਰਤ ਹੋ ਗਈ, ਇਹ ਪੀੜ ਜਿਹੜੀ ਸੀ ਵੀ ਬਿਨਠੀ ਨਾਸ ਹੋ ਜਾਂਦੀ ਹੈ। ਨਦਰ ਪ੍ਰਭੂ ਸਤ ਸੰਗਤ ਪਾਈ, ਜਦੋਂ ਸਤ ਸੰਗਤ ਵਿੱਚ ਆ ਕੇ ਹਉਮੈ ਗਵਾ ਦਿੱਤੀ, ਕਥਾ ਵਿਚਾਰ ਸੁਣ ਕੇ ਉਹਦੇ ਅਨੁਕੂਲ ਜੀਵਨ ਬਣਾ ਲਿਆ, ਫਿਰ ਗੁਰੂ ਦੀ ਜਿਹੜੀ ਮਿਹਰ ਦ੍ਰਿਸ਼ਟੀ ਹੈ ਉਹ ਪਾ ਲਈ ਜਾਂਦੀ ਹੈ। ਜਿਵੇਂ ਭਾਈ ਜੱਗਾ ਜੀ ਸੀਗੇ, ਸ਼੍ਰੀ ਅਨੰਦਪੁਰ ਸਾਹਿਬ, ਅਭੇਦ ਅਵਸਥਾ ਵਿੱਚ ਸੇਵਾ ਕਰਦੇ ਹੁੰਦੇ ਸੀ। ਕੁਝ ਬੰਦਿਆਂ ਨੂੰ ਈਰਖਾ ਹੁੰਦੀ ਹੈ, ਹਾਲਾਂਕਿ ਸੇਵਾਦਾਰ ਕਿਸੇ ਦਾ ਕੁਝ ਗਾਉਂਦਾ ਨਹੀਂ ਹੁੰਦਾ, ਕੋਈ ਮੱਲਦਾ ਨਹੀਂ। ਕਈ ਸੇਵਾਦਾਰਾਂ ਨਾਲ ਵੀ ਈਰਖਾ ਕਰੀ ਜਾਣਗੇ, ਨਿਸ਼ਕਾਮ ਬੰਦਿਆਂ ਨਾਲ। ਉਹਨਾਂ ਦਾ ਸੁਭਾਅ ਇਹ ਹੁੰਦਾ ਜਿਵੇਂ ਮੱਛੀ ਖਾਂਦੀ ਦਾ ਜਾਲਾ, ਪਰ ਸ਼ਿਕਾਰੀ ਉਹਨੂੰ ਬਖਸ਼ਦੇ ਨਹੀਂ। ਹਰਨ ਵੀ ਘਾਹ ਫੂਸ ਖਾਂਦੇ, ਉਹਨਾਂ ਨੂੰ ਬਖਸ਼ਦੇ। ਆ ਕਬੂਤਰ ਵਗੈਰਾ ਰੋਡ ਖਾਂਦੇ ਆ, ਉਹਨਾਂ ਨਾਲ ਵੀ ਅਕਾਰਨ ਬੈਰ ਕਰਦੇ ਆ। ਇਸ ਤਰ੍ਹਾਂ ਸਾਧੂ ਸੰਤ ਜਿਹੜੇ ਸੇਵਾਦਾਰ ਬੰਦਗੀ ਵਾਲੇ, ਉਹਨਾਂ ਨਾਲ ਵੰਡਣਾ ਵਡਾਉਣਾ ਤਾਂ ਹੁੰਦਾ ਨਹੀਂ। ਉਹਨਾਂ ਦਾ ਸੁਭਾਅ ਹੁੰਦਾ ਆਲੋਚਨਾ ਕਰੀ ਜਾਣੀ, ਨਿੰਦਿਆ ਕਰਨੀ ਜਾਂ ਅਕਾਰਨ ਬੈਰ ਕਰਨਾ। ਪਰ ਜਿਹੜੇ ਗੁਰਮੁਖ ਪਿਆਰੇ ਆ, ਉਹਨਾਂ ਦੇ ਅੰਦਰੋਂ ਇਹ ਸਾਰੇ ਭਾਵ ਖਤਮ ਹੋ ਜਾਂਦੇ ਹਨ। ਨਦਰ ਪ੍ਰਭੂ ਸਤ ਸੰਗਤ ਪਾਈ, ਜਦੋਂ ਸਤ ਨਾਲ ਸੰਗਤ ਹੋ ਗਈ, ਫਿਰ ਨਜ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸੰਤ ਹਰਖਵਾਲ ਵਾਲੇ ਉਹ ਪ੍ਰੇਮੀ ਲੈ ਗਏ, ਤੇ ਉਹ ਘਰ ਵਾਲੇ ਸਰਦਾਰ ਦੇ ਜਿਹੜੀ ਸਰਦਾਰਨੀ ਸੀ, ਕਹਿੰਦੇ ਜੀ ਇਹ ਮੇਰੀ ਭੈਣ ਆ, ਤੇ ਰਾਧਾ ਸੁਆਮੀਆਂ ਦੀ ਸਤਸੰਗਣ ਹੈ, ਸਤਸੰਗ ਕਰਦੀ ਹੈ। ਸੰਤ ਕਹਿਣ ਲੱਗੇ, ਬੀਬਾ ਜੀ ਤੇਰਾ ਸਤ ਨਾਲ ਸੰਗ ਹੋ ਗਿਆ ਕਿ ਨਹੀਂ? ਜੇ ਤਾਂ ਸੱਚ ਨਾਲ ਸੰਗ ਹੋ ਗਿਆ, ਇਹ ਤਾਂ ਭਈ ਸਤਸੰਗੀ ਬਣ ਜਾਈਦਾ, ਤੇ ਜੇ ਮਨ ਵਿੱਚ ਝੂਠ ਹੈ ਤਾਂ ਫਿਰ ਸਤਸੰਗ ਨਹੀਂ ਹੁੰਦਾ ਹੈ। ਨਿਜ ਘਰ ਹੋਆ ਵਾਸਾ, ਜਿਨ੍ਹਾਂ ਦਾ ਸਤ ਨਾਲ ਸੰਗ ਹੋ ਗਿਆ ਨਾ, ਉਹਨਾਂ ਦਾ ਨਿਜ ਘਰ, ਸਵੈੰਗ ਸਰੂਪ ਆਤਮਾ ਪਦ ਵਿੱਚ ਨਿਵਾਸ ਹੋ ਜਾਂਦਾ ਹੈ। ਹਰ ਮੰਗਲ ਰਾਸ ਰਸਨ ਰਸਾਏ, ਹਰੀ ਦੇ ਮੰਗਲ ਗੀਤ ਗਾਉਂਦੇ ਹਨ, ਖੁਸ਼ੀ ਦੇ ਲੁੱਡੀਆਂ ਪਾਉਂਦੇ ਹਨ, ਔਰ ਰਸਨਾ ਦੁਆਰਾ ਰਸਾਏ, ਰਸ ਦੁਆਰਾ ਉਹਦੇ ਜਸ ਨੂੰ ਗਾਉਂਦੇ ਹਨ। ਇੱਕ ਤਾਂ ਹੁੰਦਾ ਫਾਰਮੈਲਿਟੀ ਪੂਰੀ ਕਰਨੀ, ਇੱਕ ਹੁੰਦਾ ਪਿਆਰ ਦੇ ਨਾਲ, ਰਸ ਦੇ ਨਾਲ, ਆਨੰਦ ਦੇ ਨਾਲ ਉਹਦੇ ਭਜਨ ਨੂੰ ਕਰਦੇ ਹਨ। ਜਿਵੇਂ ਭਗਤ ਨਾਮਦੇਵ ਖੜਤਾਲਾਂ ਲੈ ਕੇ ਬੰਦਗੀ ਕਰਿਆ ਕਰਦੇ ਸਨ, ਭਗਤ ਜੈਦੇਵ ਜੀ ਆਦਿਕ। ਨਾਨਕ ਨਾਮ ਪ੍ਰਗਾਸਾ, ਉਹਨਾਂ ਦੇ ਹਿਰਦੇ 'ਚ ਨਾਮ ਦੁਆਰਾ ਨਾਮੀ ਦਾ ਪ੍ਰਕਾਸ਼ ਹੋ ਜਾਂਦਾ ਹੈ, ਕਿਉਂਕਿ ਨਾਮ ਇੱਕ ਸਾਧਨ ਹੈ ਉਸ ਨਾਮੀ ਪਰਮਾਤਮਾ ਨੂੰ ਮਿਲਣ ਵਾਸਤੇ।
ਨਾਮ ਦੀ ਕਮਾਈ ਕਰਕੇ ਨਾਮ ਦਾ ਜਿਹੜਾ ਮਾਲਕ ਪਰਮੇਸ਼ਰ ਹੈ ਉਹਦਾ ਪ੍ਰਕਾਸ਼ ਗਿਆਨ ਹੋ ਜਾਂਦਾ। ਸੋ ਮੁਕਸੂਦਪੁਰ ਪਿੰਡ ਆ ਨਡਾਲੇ ਦੇ ਨੇੜੇ। ਇਸ ਨਗਰ 'ਚ ਸਰਦਾਰ ਅਰਜਨ ਸਿੰਘ ਤੇ ਮਾਤਾ ਮਾਲਣ ਸੀ। ਉਹਨਾਂ ਦੇ ਗ੍ਰਹਿ ਵਿਖੇ ਮਾਝਾ ਸਿੰਘ ਨਾਂ ਦਾ ਪੁੱਤਰ ਪੈਦਾ ਹੋਇਆ। ਪਰਮਾਤਮਾ ਦੀ ਨੀਅਤ ਐਸੀ ਹੋਈ, ਉਹ ਦੋਨੋਂ ਹੀ ਪਰਲੋਕ ਗਮਨ ਕਰ ਗਏ। ਉਹ ਬੱਚਾ ਯਤੀਮ ਹੋ ਗਿਆ। ਬਸ ਇਸ ਤਰ੍ਹਾਂ ਹੀ ਕਦੀ ਉਸ ਮੁੱਖ ਕਦੀ ਉੱਧਰ। ਉਦੋਂ ਪਾਕਿਸਤਾਨ ਨਹੀਂ ਸੀ ਬਣਿਆ। ਕਿਸੇ ਮੁਸਲਮਾਨ ਲੜਕੀ ਨੂੰ ਦਇਆ ਆਈ। ਉਹਦਾ ਚਾਚਾ ਫੂਲਾ ਸਿੰਘ ਪੇਸ਼ਾਵਰ ਫੌਜ ਵਿੱਚ ਸੀ। ਉਹ ਉੱਥੇ ਲੈ ਗਈ। ਉਹ ਘਰ ਵਾਲੀ ਕਹਿੰਦੀ ਇਹ ਤਾਂ ਖੋਟਾ ਸਤਾਰਾ, ਇਹਨਾਂ ਆਪਣੇ ਮਾਂ ਪਿਓ ਖਾ ਲਿਆ, ਸਾਨੂੰ ਬਖਸ਼ੂਗਾ, ਮੈਂ ਤਾਂ ਨਹੀਂ ਰੱਖਣਾ। ਹੁਣ ਬੜਾ ਸਮਝਾਇਆ ਵੀ ਪੁੱਤ ਭਤੀਜੇ ਦਾ ਕੋਈ ਫਰਕ ਤਾਂ ਹੁੰਦਾ ਨਹੀਂ, ਇਹਦਾ ਹੁਣ ਕੋਈ ਆਸਰਾ ਨਹੀਂ, ਯਤੀਮ ਹੋ ਗਿਆ ਹੈ। ਪਰ ਉਸਨੇ ਜੀ ਕੋਈ ਨਾ ਸੁਣੀ ਨਾ ਮੰਨੀ। ਜਦੋਂ ਫਿਰ ਕੋਈ ਆਸਰਾ ਨਾ ਹੋਵੇ ਕਿ ਗੁਰੂ ਸਾਹਿਬ ਦੇ ਘਰ ਦਾ ਹੀ ਆਸਰਾ ਹੁੰਦਾ ਹੈ। ਉਹ ਫਿਰ ਉੱਥੇ ਪੇਸ਼ਾਵਰ ਦੇ ਨੇੜੇ ਹੋਤੀ ਮਰਦਾਨ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਉਸ ਵੇਲੇ ਮੌਜੂਦ ਸੀ। ਉਹਨਾਂ ਦੇ ਚਰਨਾਂ 'ਚ ਲੈ ਗਿਆ। ਮਹਾਰਾਜ ਮੇਰਾ ਭਤੀਜਾ ਯਤੀਮ ਆ, ਘਰ ਵਾਲੀ ਕਹਿਣਾ ਕੋਈ ਮੰਨਦੀ ਨਹੀਂ, ਕਿਰਪਾ ਕਰੋ। ਸੰਤ ਕਹਿਣ ਲੱਗੇ ਤਾਂ ਕਈ ਯਤੀਮਾਂ ਨੂੰ ਭੋਜਨ ਦਿਆ ਕਰੂਗਾ। ਤੇ ਛੋਟੇ ਸੰਤ ਲਾਲ ਸਿੰਘ ਨੂੰ ਕਿਹਾ ਵੀ ਇਹਨੂੰ ਗੁਰਮੁਖੀ ਪੜ੍ਹਾਓ ਤੇ ਸੇਵਾ ਦੀ ਸਮੱਤ ਦਿਓ। ਸੰਤ ਲਾਲ ਸਿੰਘ ਜੀ ਮਹਾਂਪੁਰਖਾਂ ਲਈ ਲੰਗਰ ਦੀ ਸੁੱਚ ਪਵਿੱਤਰਤਾ ਨਾਲ ਬਾਣੀ ਪੜ੍ਹਦੇ ਸੇਵਾ ਕਰਦੇ ਸੀ। ਇਹ ਨਹੀਂ ਫਿਰ ਉਹ ਪ੍ਰਸ਼ਾਦੇ ਦੀ ਸੇਵਾ ਬਰਤਨਾਂ ਦੀ ਕਰਨੀ। ਫਿਰ ਇਹਨਾਂ ਨੂੰ ਉਹ ਸੇਵਾ ਉਹਨੇ ਸਿਖਾਲ ਦਿੱਤੀ। ਇੱਕ ਦਿਨ ਸੰਤ ਕਹਿੰਦੇ ਸੁਣਾ ਵੀ ਨਹੀਂ ਕਿਹਾ, ਕੋਈ ਸ਼ਬਦ ਸੁਣਾ। ਉਹ ਕਹਿਣ ਲੱਗੇ ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰਿਆ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾਰ, ਤੁਮ ਧਨ ਧਨੀ ਆਧਾਰ ਤਿਆਗੀ, ਸਰਵਨ ਸੁਣੀਏ ਸਜਸ ਤੁਮਾਰ, ਮੰਗੋ ਕਾਹੇ ਰੰਗ ਸਭ ਦੇਖੋ, ਤੁਝ ਹੀ ਤੇ ਮੇਰੋ ਨਿਸਤਾਰ। ਬੜੇ ਖੁਸ਼ ਹੋਏ। ਇਹ ਗੁਰੂ ਘਰ ਭਾਈ ਐਸਾ ਹੈ, ਨਿਮਾਣਿਆਂ ਨਤਾਣਿਆਂ ਯਤੀਮਾਂ ਨੂੰ ਬਖਸ਼ਾਂ ਕਰਨ ਵਾਲਾ। ਤੇ 32 ਸਾਲ ਉਹਨੇ ਮਹਾਂਪੁਰਖਾਂ ਦੀ ਸੇਵਾ। ਫਿਰ 18 ਸਾਲ ਬਾਬਾ ਆਇਆ ਸਿੰਘ ਦੀ, 22 ਸਾਲ ਬਾਬਾ ਰਾਮ ਸਿੰਘ ਦੀ, 11 ਸਾਲ ਦੀ ਉਮਰ ਸੀ। 84 ਸਾਲ ਦੀ ਉਮਰ 'ਚ ਉਸ ਡੇਰੇ ਦੀ ਉਹਨਾਂ ਨੂੰ ਮਹੰਤੀ ਮਿਲੀ। ਇਹ ਗੁਰੂ ਘਰ ਦੀ ਘਾਲ, ਗੁਰੂ ਘਰ ਦੀ ਸੇਵਾ ਜਿਹੜੀ ਉਹ ਵਿਅਰਥ ਨਹੀਂ ਜਾਂਦੀ। ਇਹ ਘਰ ਹੈ ਨਿਮਾਣਿਆਂ ਨਤਾਣਿਆਂ ਦਾ, ਜਿਹਨੂੰ ਕਿਤੇ ਢੋਈ ਨਹੀਂ ਮਿਲਦੀ। ਮਹਾਰਾਜ ਬਖਸ਼ਾਂ ਕਰਦੇ ਹਨ। ਐਸਾ ਹੈ ਉਹਨਾਂ ਦੇ ਹਿਰਦੇ 'ਚ, ਆਸਰਾ ਵੀ ਦਿੰਦੇ, ਗਿਆਨ ਦਾ ਪ੍ਰਕਾਸ਼ ਵੀ ਕਰ ਦਿੰਦੇ ਹਨ। ਅੰਤਰ ਰਤਨ ਵਿਚਾਰੇ, ਉਹ ਅੰਤਰਾਤਮੇ ਰਤਨ ਪ੍ਰਕਾਸ਼ ਰੂਪੀ ਜੋ ਪਰਮਾਤਮਾ, ਉਹਦੇ ਮਿਲਣ ਦੀ ਵਿਚਾਰ ਕਰਦੇ ਹਨ। ਰਤਨ ਬੈਰਾਗ ਵਿਵੇਕ ਆਦਿਕ ਸ਼ੁਭ ਗੁਣ ਧਾਰਨ ਕਰਕੇ ਜਦੋਂ ਨਾਮ ਦੀ ਕਮਾਈ ਕਰਦੇ ਹਨ, ਫਿਰ ਉਹਨੂੰ ਵਿਵੇਕ ਬੁੱਧੀ ਦੀ, ਗਿਆਨ ਅਵਸਥਾ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਗੁਰਮੁਖ ਨਾਮ ਪਿਆਰੇ, ਉਹ ਜਿਹੜੇ ਗੁਰੂ ਪਿਆਰੇ ਹਨ, ਉਹਨਾਂ ਨੂੰ ਉਸ ਮਾਲਕ ਦੇ ਨਾਮ ਨਾਲ ਬੜਾ ਪਿਆਰ ਹੈ। ਹਰ ਵੇਲੇ ਉਹਦੇ ਨਾਲ ਜੁੜੇ ਰਹਿੰਦੇ ਹਨ। ਹਰ ਨਾਮ ਪਿਆਰੇ, ਹਰੀ ਦੇ ਨਾਮ ਦੇ ਬਹੁਤ ਪਿਆਰੇ ਹੈ। ਜਿੱਥੇ ਕਥਾ ਕੀਰਤਨ ਹੁੰਦੀ ਹੈ ਉੱਥੇ ਜਾਣਗੇ, ਇੱਥੇ ਨਾਮ ਅਭਿਆਸ ਹੁੰਦਾ ਹੈ ਉੱਥੇ ਜਾਣਗੇ। ਜਿਹੜੇ ਮਨਮੁਖ ਪੁਰਖ ਹੈਗੇ ਆ, ਅਤੇ ਜਿੱਥੇ ਉਹ
ਕਥਾ ਵਾਰਤਾ ਹੁੰਦੀ ਨਿਮਖ ਨਾ ਕੀਨੋ ਮੈਂ ਫੇਰਾ। ਉਹ ਤਾਂ ਨਿਮਖ ਮਾਤਰ ਵੀ ਫੇਰਾ ਨਹੀਂ ਪਾਉਂਦੇ। ਉਹ ਤਾਂ ਕਹਿੰਦੇ ਐਵੇਂ ਨਾ ਸਾਧਾਂ ਨੇ ਢਕੌਂਸਲੇ ਬਣਾਏ ਹੋਏ ਆ, ਕਹਾਣੀਆਂ ਬਣਾ ਬਣਾ ਸੁਣਾਉਂਦੇ ਰਹਿੰਦੇ ਆ ਲੋਕਾਂ ਨੂੰ ਮਗਰ ਲਾਉਣ ਵਾਸਤੇ। ਉਹ ਇਹੋ ਜਿਹੀਆਂ ਪੁੱਠੀਆਂ ਗੱਲਾਂ ਕਰਦੇ ਹਨ। ਪਰ ਗੁਰਮੁਖ ਜਿਹੜੇ, ਉਹਨਾਂ ਦੀ ਅਵਸਥਾ ਐਸੀ ਹੀ ਹੈ। ਸ਼ਬਦ ਨਿਸਤਾਰੇ। ਸ਼ਬਦ ਜਿਹੜਾ ਹੈ ਇਹ ਸੰਸਾਰ ਦਾ ਅੰਧਕਾਰ ਦੂਰ ਕਰਕੇ, ਪ੍ਰਕਾਸ਼ ਕਰਕੇ ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ। ਅਗਿਆਨ ਅਧੇਰ ਗਵਾਇਆ। ਇਹਦੇ ਵਿੱਚ ਐਸਾ ਪ੍ਰਕਾਸ਼ ਜਿਵੇਂ ਹੀਰਾ ਹਨੇਰੀ ਰਾਤ 'ਚ ਰੱਖੀਏ ਨਾ, ਉਹ ਥੋੜ੍ਹੇ ਸਥਾਨ ਵਿੱਚ ਪ੍ਰਕਾਸ਼ ਕਰ ਦਿੰਦਾ ਹੈ। ਇਹ ਜਿਹੜਾ ਨਾਮ ਰੂਪੀ ਹੀਰਾ ਆਤਮਾ, ਇਹਦੀ ਪ੍ਰਾਪਤੀ ਹੋ ਜਾਏ, ਇਹ ਜਿਹੜਾ ਸੰਸਾਰ ਦਾ ਅੰਧਕਾਰ ਰੂਪੀ ਹਨੇਰਾ ਹਿਰਦਿਆਂ 'ਚ ਸਾਰੇ ਛਾਇਆ ਹੋਇਆ ਦੂਰ ਕਰ ਦਿੰਦੇ ਹਨ। ਧੌਲਪੁਰ ਲਾਹੌਰੀਆ, ਲਾਹੌਰੀਏ ਸੀ ਈਸ਼ਰ ਸਿੰਘ, ਪਾਕਿਸਤਾਨ ਤੋਂ ਬਾਅਦ ਧੌਲਪੁਰ ਚਲੇ ਗਏ। ਸੰਤ ਹਰਖਵਾਲ ਵਾਲੇ ਗਏ, ਪਹਾੜੀ ਇਲਾਕਾ, ਜੰਗਲ ਵੀ। ਗੜਵਾ ਫੜਾਇਆ ਹੋਇਆ ਸੀ। ਅੱਧੀ ਰਾਤ ਕਹਿੰਦੇ ਮਹਾਰਾਜ ਸ਼ੇਰ ਬਘੇਲੇ ਬੁੱਕਦੇ ਆ। ਹਨੇਰੀ ਰਾਤ, ਕੋਈ ਟਾਰਚਨ ਲਾਲਟਣ ਵੀ ਨਹੀਂ। ਕਹਿੰਦੇ ਤੁਰਿਆ, ਬਸ ਉਸੇ ਵੇਲੇ ਸਾਰੇ ਮੰਡਲ ਵਿੱਚ ਪ੍ਰਕਾਸ਼ ਹੋ ਗਿਆ। ਕਹਿਣ ਲੱਗੇ ਮਹਾਰਾਜ ਕੋਈ ਬਿਜਲੀ ਨਹੀਂ, ਕੋਈ ਟਾਰਚ ਨਹੀਂ, ਇਹ ਪ੍ਰਕਾਸ਼। ਕਹਿੰਦੇ ਇਹ ਆਤਮਾ ਦਾ ਪ੍ਰਕਾਸ਼ ਹੁੰਦਾ ਹੈ। ਇਹਨੂੰ ਗੁਪਤ ਵੀ ਕਰਨਾ ਜਾਣਦੇ ਆ ਉਹ, ਇਹਨੂੰ ਪ੍ਰਗਟ ਕਰਨਾ ਵੀ ਜਾਣਦੇ ਹਨ। ਤੱਤ ਵੇਤੇ ਅਗਿਆਨਤਾ ਦਾ ਹਨੇਰਾ, ਜਿਵੇਂ ਸੂਰਜ ਚੜ੍ਹਨਾ ਦੀਵਾ ਵਾਲੇ ਅੰਧੇਰਾ ਜਾਏ। ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਗੁਰਬਾਣੀ ਦਾ ਅਭਿਆਸ ਕਰੀਏ ਇਹ ਪਾਪਾਂ ਨੂੰ ਖਾ ਜਾਂਦੀ ਹੈ। ਅਗਿਆਨਤਾ ਦਾ ਹਨੇਰਾ ਦੂਰ ਕਰਕੇ ਚੇਤਨ ਸਰੂਪੀ ਆਤਮਾ ਦਾ ਪ੍ਰਕਾਸ਼ ਕਰ ਦਿੰਦੀ ਹੈ। ਗਿਆਨ ਪ੍ਰਚੰਡ ਬਲਿਆ ਘਾਟ ਚਾਨਣ। ਹੁਣ ਇਹ ਗਿਆਨ ਜਿਹੜਾ ਪ੍ਰਚੰਡ, ਬੜਾ ਤੇਜ ਤਰਾਰ, ਬਲਿਆ, ਪ੍ਰਕਾਸ਼ਿਤ ਹੋਇਆ। ਤੇ ਇਸ ਵਾਸਤੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਨੋਦ ਕੋਡ ਆਨੰਦ। ਬੜੇ ਆਨੰਦ ਆ। ਨਿਤ ਦੀਵਾਲੀ ਸਾਧ ਦੀ ਅਠੇ ਪਿਆਰ ਬਸੰਤ। ਇਹ ਲੋਕਾਂ ਵਾਸਤੇ ਮੇਲੇ ਮੂਲੇ ਸਾਲ ਪਿੱਛੋਂ ਆਉਂਦੇ ਨਾ, ਉਹਨਾਂ ਲਈ ਤਾਂ ਸਦਾ ਹੀ ਐਸੀ ਅਵਸਥਾ ਬਣੀ ਰਹਿੰਦੀ ਹੈ। ਤੇਜ ਤਰਾਜ ਪ੍ਰਚੰਡ, ਗਿਆਨ ਦਾ ਪ੍ਰਕਾਸ਼ ਬਲਿਆ, ਲਟਾਲਟ ਬਲਿਆ, ਪ੍ਰਕਾਸ਼ਿਤ ਹੋਇਆ ਹੈ। ਘਰ ਮੰਦਰ ਸੋਹਾਇਆ। ਇਹ ਹਿਰਦਾ ਰੂਪੀ ਘਰ ਮੰਦਰ ਜਿਹੜਾ ਸੀ ਸਰੀਰ, ਜਦੋਂ ਪ੍ਰਕਾਸ਼ ਹੋ ਗਿਆ, ਇਹ ਵੀ ਸੁਹਾਇਆ, ਸੋਭਨੀਕ। ਜਿਵੇਂ ਮੰਦਰ ਵਿੱਚ ਹਨੇਰਾ ਹੋਵੇ ਚੰਗਾ ਨਹੀਂ ਲੱਗਦਾ, ਨੇੜੇ ਪਈ ਚੀਜ਼ ਵੀ ਨਹੀਂ ਮਿਲਦੀ ਹੈ। ਜਦੋਂ ਪ੍ਰਕਾਸ਼ ਕਹਿਣਾ ਲੈ ਕੋਲੇ ਪਈ ਸੀ। ਇਸੇ ਤਰ੍ਹਾਂ ਜਿੰਨਾ ਚਿਰ ਹਿਰਦੇ 'ਚ ਵੀ ਅਗਿਆਨਤਾ ਦਾ ਹਨੇਰਾ, ਇਹਦੇ ਅੰਦਰ ਮਹਾਰਾਜ ਨੇ ਕਾਇਆ ਵਿੱਚ ਬਹੁਤ ਰੱਖਿਆ ਹੋਇਆ। ਫਿਰ ਕਹਿੰਦੇ ਕਾਇਆ ਗੜ੍ਹ ਸੋਹਿਆ। ਇਹ ਸਰੀਰ ਰੂਪੀ ਗੜ੍ਹ ਕਿਲਾ, ਇਹ ਵੀ ਬੜਾ ਸੋਭਨੀਕ ਹੋ ਜਾਂਦਾ ਹੈ। ਕਰਨਾ ਮੈਤਰੀ ਮੁਦਤਾ ਪੇਖਿਆ ਰੂਪੀ ਮਣੀਆਂ ਦਾਰਾ ਵਿਭੂਸ਼ਿਤ ਹੋ ਜਾਂਦਾ, ਸਜ ਧਜ ਜਾਂਦਾ ਹੈ। ਤਾਨ ਮਾਨ ਅਰਪ ਸੀਗਾਰ ਬਣਾਏ। ਇਹ ਜਿਹੜਾ ਸ਼ੁਭ ਗੁਣਾਂ ਦਾ ਸ਼ਿੰਗਾਰ ਉਦੋਂ ਬਣਦਾ ਜਦੋਂ ਤਨ ਮਨ ਸਾਰਾ ਕੁਝ ਗੁਰੂ ਨੂੰ ਅਰਪਣ ਕਰ ਦਿੱਤਾ ਜਾਵੇ। ਹਰ ਪ੍ਰਭ ਸਾਚੇ ਪਾਇਆ। ਗੁਰਮੁਖ ਪਿਆਰੇ ਹਰੀ ਸੱਚੇ ਪ੍ਰਭੂ ਨੂੰ ਪਾ ਜਾਂਦੇ ਹਨ। ਭਾਈ ਜੇਠਾ ਜੀ ਸੇਵਾ ਕਰ ਰਹੇ ਹਨ। ਸੋਢੀ ਆ ਗਏ, ਚੱਲੇ ਸੀ ਅੱਗੇ। ਸੁਣਿਆ ਕਿ ਸਾਡੇ ਬਰਾਦਰੀ 'ਚੋਂ ਸੋਢੀ ਭਾਈ ਜੇਠਾ ਜੀ ਗੋਇੰਦਵਾਲ ਰਹਿ ਰਹੇ ਆ, ਔਰ ਇਸ ਘਰ ਦੇ ਉਹ ਦਾਮਾਦ ਵੀ ਹਨ। ਮਿਲ ਚੱਲੀਏ ਕਿ ਸਾਡਾ ਸਤਿਕਾਰ ਪਿਆਰ ਚੰਗਾ ਕਰਨਗੇ।
ਜਦੋਂ ਦੇਖਿਆ ਤੇ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ। ਉਹਨੇ ਕਾਰ ਦਾ ਟੋਕਰਾ ਚੁੱਕਿਆ ਹੋਇਆ ਸੀ, ਮੜਾਸਾ ਮਾਰ ਕੇ ਕਹਿਣ ਲੱਗੇ, ਜੇਠਿਆ ਤੈਂ ਤਾਂ ਸਾਡੀ ਸੋਡੀਆਂ ਦੀ ਪੱਤ ਜਿਹੜੀ ਮਿੱਟੀ ਵਿੱਚ ਰੋਲ ਦਿੱਤੀ। ਜਵਾਈ ਤਾਂ ਨਵਾਰੀ ਪਲੰਘਾਂ 'ਤੇ ਬਹਿੰਦੇ ਆ, ਬੂਰੇ ਘਿਓ ਖਾਂਦੇ ਆ, ਖੰਡਾਂ ਪਦਾਰਥ। ਤੂੰ ਇੱਥੇ ਜਵਾਈ ਹੋ ਕੇ ਕੀ ਕੰਮ ਕਰ ਰਿਹਾ? ਤੈਂ ਸਾਡੀ ਬੜੀ ਬੇਇੱਜ਼ਤੀ, ਸੋਡੀਆਂ ਦੀ ਕੁੱਲ ਬੜੀ ਉੱਚੀ ਸੀ ਅਤੇ ਅਸੀਂ ਤੇਰਾ ਭਾਂਡਾ ਛੇਕਿਆ, ਬਰਾਦਰੀ 'ਚੋਂ ਤੈਨੂੰ ਕੱਢਿਆ। ਉਹ ਕਹਿੰਦੇ, ਮੈਂ ਤਾਂ ਜਿੱਦਣੋਂ ਲਾਹੌਰੋਂ ਆਇਆ ਸੀ ਉਦਣ ਹੀ ਤੁਹਾਡਾ ਭਾਂਡਾ ਛੇਕ ਗਿਆ ਸੀ। ਮੇਰੀ ਬਰਾਦਰੀ ਤਾਂ ਗੁਰੂ ਨਾਨਕ ਸਾਹਿਬ ਦੀ ਸਾਧ ਸੰਗਤ ਆ। ਗੱਜ ਕੇ ਬੋਲੋ। ਅਤੇ ਜਦੋਂ ਉੱਧਰ ਪਾਤਸ਼ਾਹ ਨੂੰ ਪਤਾ ਲੱਗਿਆ, ਜਾਣੀ ਜਾਣ, ਕਹਿੰਦੇ ਅੱਛਾ ਸੋਡੀਆਂ ਨੇ ਐਸੀ ਤਰਕ ਕੀਤੀ। ਅਤੇ ਜਿੱਥੇ ਬੌਲੀ ਸਾਹਿਬ ਦੇ ਸਾਹਮਣੇ ਮੰਜੀ ਸਾਹਿਬ ਬਣਿਆ ਹੋਇਆ ਨਾ, ਇੱਥੇ ਮਹਾਰਾਜ ਬਹਿ ਕੇ ਦੀਵਾਨ ਲਾਉਂਦੇ, ਕਿਰਪਾ ਕਰਦੇ ਹੁੰਦੇ ਸੀ, ਦਰਸ਼ਨ ਬਖਸ਼ਦੇ ਸੀ, ਅੰਮ੍ਰਿਤ ਬਚਨ ਬਖਸ਼ਦੇ ਸੀ। ਕਹਿੰਦੇ ਬੈਠੋ। ਅਤੇ ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ, 5 ਮਹੀਨੇ ਲੇਰ ਰੱਖ ਕੇ ਪਰਿਕਰਮਾ ਕਰਕੇ 4 ਨਮਸਕਾਰ ਕੀਤੀ ਅਤੇ ਤਿਲਕ ਲਵਾਇਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਉਹ ਸੋਢੀਓ, ਤੁਸੀਂ ਇਹ ਤਰਕਾਂ ਕਰਦੇ ਆ, ਇਹ ਟੋਕਰਾ ਨਹੀਂ ਕਾਰ ਦਾ, ਇਹ ਗੁਰੂ ਨਾਨਕ ਦੀ ਗੱਦੀ ਦਾ ਤਾਜ ਆ। ਦੇਖੋ ਪਾਤਸ਼ਾਹ ਐਸੀਆਂ ਬਖਸ਼ਾਂ ਕਰ ਦਿੰਦੇ ਹਨ। ਹਰ ਪ੍ਰਭ ਸਾਚੇ ਭਾਇਆ। ਜਿਹੜੇ ਇਸ ਤਰ੍ਹਾਂ ਨਿਸ਼ਕਾਮ ਹੋ ਕੇ ਸੇਵਾ ਕਰਦੇ ਹਨ, ਉਹ ਹਰੀ ਸੱਚੇ ਪਾਤਸ਼ਾਹ ਨੂੰ ਭਾ ਜਾਂਦੇ, ਮਨਜ਼ੂਰ ਹੋ ਜਾਂਦੇ ਹਨ। ਜੋ ਪ੍ਰਭ ਕਹੈ ਸੋਈ ਪਾਰ ਕੀਜੈ। ਉਹ ਫਿਰ ਪਰੰਤੂ ਵਾਲਾ ਭਾਵ ਤਿਆਗ ਕੇ ਜੋ ਗੁਰੂ ਮਹਾਰਾਜ ਕਹਿੰਦੇ ਹਨ ਉਹੀ ਕਰਦੇ ਹਨ। ਲੋਕ ਲਾਜ ਦੀ ਪਰਵਾਹ ਨਹੀਂ ਕਰਦੇ ਹਨ। ਲੋਕ ਟੰਬ ਸਭੂ ਤੇ ਤੋਰੈ ਤੋਂ ਆਪਨ ਬੇਢੀ ਆਵੈ। ਸੰਸਾਰ ਲੋਕ ਲਾਜ ਫਸਿਆ। ਇਹ ਲੋਕ ਕੀ ਕਹਿਣਗੇ? ਇਹ ਲੌਕਿਕ ਰੀਤੀਆਂ, ਵੈਦਿਕ ਰੀਤੀਆਂ, ਇਹਨਾਂ ਤੋਂ ਉੱਪਰ ਉੱਠ ਜਾਂਦੇ ਹਨ, ਗੁਰੂ ਦੇ ਬਚਨਾਂ ਨੂੰ ਮੰਨਦੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਨੂੰ ਥੋੜ੍ਹੀਆਂ ਬੋਲੀਆਂ ਮਾਰਦੇ ਸੀ। ਇਹ ਕੁੜਮ ਟੁੱਕ ਵਾਸਤੇ ਇੱਥੇ ਬੈਠਾ ਹੋਇਆ, ਬੜਾ ਕੁਛ ਊਟ ਪਟਾਂਗ ਬੋਲਦੇ ਸੀ, ਪਰ ਉਹਨਾਂ ਕੰਨੀ ਬੁੱਝੇ ਦੇ ਰਹਾ ਕੀਤੀ ਵਗੈ ਕੌਣ। ਉਹ ਨਹੀਂ ਲੋਕਾਂ ਦੀਆਂ ਗੱਲਾਂ ਸੁਣਦੇ, ਕਿਉਂ ਕੁੱਤੇ ਭੌਂਕੀ ਜਾਂਦੇ ਆ, ਹਾਥੀ ਤੁਰੇ ਜਾਂਦੇ ਆ, ਕਾਮਾਂ ਦੇ ਢੱਗੇ ਨਹੀਂ ਮਰਦੇ। ਉਹ ਆਪਣੇ ਆਨੰਦ ਵਿੱਚ ਮਸਤ, ਹਾਥੀਆਂ ਵਾਂਗ ਹਮੇਸ਼ ਚੱਲਣਾ, ਨਹੀਂ ਪੁੱਛਣੀ ਜ਼ਿਲ੍ਹਾ ਤਹਿਸੀਲ ਕਿੱਥੇ। ਉਹ ਆਪਣੇ ਆਨੰਦ ਵਿੱਚ ਤੁਰੇ ਜਾਂਦੇ, ਜਿਵੇਂ ਗੰਗਾ 'ਚ ਕੋਈ ਗੰਦੇ ਨਾਲੇ ਪਈ ਜਾਂਦੇ ਆ, ਗੰਦ ਪਿੱਲ ਸੁੱਟੀ ਜਾਂਦੇ ਆ। ਉਹ ਸਮੁੰਦਰ ਨੂੰ ਮਿਲਣ ਜਾਂਦੀ ਹੈ, ਪਰਵਾਹ ਹੀ ਨਹੀਂ ਕਰਦੀ ਗੰਦੇ ਨਾਲਿਆਂ ਦੀ, ਦਿਨ ਰਾਤ ਦੌੜੀ ਜਾਂਦੀ ਵੀ ਮੈਂ ਆਪਣੇ ਪਤੀ ਸਮੁੰਦਰ ਨੂੰ ਮਿਲਣਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਆ, ਉਹ ਤੁਰੇ ਜਾਂਦੇ ਮਾਲਕ ਨੂੰ ਮਿਲਣ ਵਾਸਤੇ। ਉਹ ਲੋਕਾਂ ਦੀਆਂ ਬੋਲੀਆਂ ਠੋਲੀਆਂ ਦੀ ਪਰਵਾਹ ਨਹੀਂ ਕਰਦੇ ਹਨ। ਜੋ ਪ੍ਰਭ ਕਹੈ ਸੋਈ ਪਾਰ ਕੀਜੈ। ਜੋ ਪ੍ਰਭੂ ਪਰਮੇਸ਼ਰ ਕਹਿੰਦੇ ਹਨ ਉਸੇ ਨੂੰ ਉਸੇ ਪ੍ਰਕਾਰ ਕਰਦੇ ਹਨ। ਨਾਨਕ ਅੰਕ ਸਮਾਇਆ। ਉਹ ਜਿਹੜੇ ਗੁਰਮੁਖ ਪਿਆਰੇ ਹਨ, ਉਹ ਗੁਰੂ ਦੇ ਅੰਕ ਗੋਦ ਵਿੱਚ ਸਮਾ ਜਾਂਦੇ ਆ। ਮਹਾਰਾਜ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਦਿੰਦੇ ਆ। ਮਹਾਰਾਜ ਦੇ ਇਤਨੇ ਪਿਆਰੇ ਉਹ ਬਣ ਜਾਂਦੇ ਹਨ। ਹਰ ਪ੍ਰਭ ਕਾਜ ਰਚਾਇਆ। ਇਹ ਹਰੀ ਪ੍ਰਭੂ ਨੇ ਜੀਵ ਆਤਮਾ ਦਾ, ਪਰਮਾਤਮਾ ਦੇ ਮਿਲਾਪ ਦਾ ਸ਼ਬਦ ਸੁਰਤ ਦੁਆਰਾ ਐਸਾ ਕਾਰਜ ਰਚਾਇਆ ਹੋਇਆ ਹੈ। ਗੁਰਮੁਖ ਵੀ ਆਹਣ ਆਇਆ। ਗੁਰੂ ਦੇ ਮੁਖ ਤੋਂ ਉਪਦੇਸ਼ ਸੁਣ ਕੇ, ਵਿਆਹਣ ਦਾ ਮਤਲਬ ਪ੍ਰਭੂ ਦੇ ਮਿਲਾਪ ਵਾਸਤੇ ਉਹ ਗੁਰਮੁਖ ਆਏ ਹਨ। ਵੀ ਆਹਣ ਆਇਆ। ਉਹ ਗੁਰੂ ਦੇ
ਦੇ ਮਲਾਪ ਵਾਸਤੇ ਆਏ ਹਨ ਸਤਸੰਗੀਆਂ ਨੂੰ ਨਾਲ ਲੈ ਕੇ। ਗੁਰਮੁਖ ਹਾਰ ਪਾਇਆ, ਔਰ ਗੁਰਮੁਖਾਂ ਦੁਆਰਾ ਗੁਰਮੁਖ ਬਣ ਕੇ ਹਰੀ ਪਰਮੇਸ਼ਰ ਰੂਪੀ ਬਾਰ ਪਰਮਾਤਮਾ ਪਾ ਲਿਆ ਹੈ। ਸਾਧਾਨ ਕੰਤ ਪਿਆਰੀ, ਉਹ ਧਨ ਜੀਵ ਰੂਪੀ ਇਸਤਰੀ ਕੰਤ ਮਾਲਕ ਪਤੀ ਪਰਮੇਸ਼ਰ ਨਿਰੰਕਾਰ ਨੂੰ ਪਿਆਰੀ ਸਤਕਾਰੀ ਜਾਣ ਵਾਲੀ ਹੈ। ਸੰਤ ਜਨਾ ਮਿਲ ਮੰਗਲ ਗਾਏ, ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਹੋ ਗਈ ਨਾ, ਉਹ ਸੰਤ ਜਨ ਮਿਲ ਕੇ ਮੰਗਲ ਖੁਸ਼ੀ ਦੇ ਗੀਤ ਗਾਉਂਦੇ ਹਨ। ਦੀਵਾਨ ਲੱਗਾ ਹੋਇਆ ਸੀ ਸੰਤ ਹਰਖਵਾਲ ਵੀ ਤੇ ਉਹਨਾਂ ਦੇ ਗੁਰੂ ਭਾਈ ਬਾਬਾ ਮੇਹਰ ਸਿੰਘ ਜੀ ਨਿਜਰਾਂ ਦੀ ਪਡੋਰੀ ਵਾਲੇ। ਫੌਜ ਵਿੱਚ ਰਹੇ ਉਵੇਂ ਵਰਦੀ ਰੱਖਦੇ ਸੀ, ਬਰਮਾ ਵਿੱਚ ਸਨ। ਉਹਨਾਂ ਦੇ ਭਤੀਜੀ ਦੀ ਸ਼ਾਦੀ ਸੀ। ਭਰਾ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਸਮਾਗਮ 'ਚ ਦਰਸ਼ਨ ਬਖਸ਼ਿਓ। ਕਹਿਣ ਲੱਗੇ ਛੁੱਟੀ ਮਿਲਣੀ ਮੁਸ਼ਕਿਲ ਹੈ। ਕਹਿਣ ਲੱਗੇ ਫਿਰ ਮਹਾਰਾਜ ਕਿਵੇਂ? ਕਹਿੰਦੇ ਦੇਖੋ ਪਰਮਾਤਮਾ ਕੀ ਕਰਦਾ, ਉਧਰ ਫੌਜ ਵੀ ਡਿਊਟੀ ਦੇ ਰਿਹਾ ਤੇ ਇੱਥੇ ਆਪਣੇ ਪਿੰਡ ਭਤੀਜੀ ਦੇ ਵਿਆਹ ਵਿੱਚ ਵੀ ਡਿਊਟੀ ਨਿਭਾ ਰਹੇ ਆ। ਉਹਨਾਂ ਤੋਂ ਯੋਗਾ ਅਭਿਆਸ ਇਹ ਸਿੱਖਿਆ ਸੀ ਸੰਤਾਂ ਨੇ, ਬੜੇ ਯੋਗੀ ਸੀ ਉਹ। ਤੇ ਸੰਗਤ ਵਿੱਚ ਖਿੜ ਖਿਲਾ ਕੇ ਹੱਸੇ। ਪੁੱਛਿਆ ਦੀਵਾਨ ਲੱਗਾ ਹੋਇਆ ਕਾਰਨ? ਕਹਿਣ ਲੱਗੇ ਅੱਜ ਮੇਰੇ ਛੋਟੇ ਗੁਰੂ ਭਾਈ ਸੰਤ ਜਵਾਲਾ ਸਿੰਘ ਨੂੰ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਮਿਲ ਗਈਆਂ। ਮਤਲਬ ਫਿਰ ਉਹ ਜਦੋਂ ਗੁਰਸਿੱਖ ਤੇ ਕਿਰਪਾ ਹੁੰਦੀ ਆ, ਗੁਰਸਿੱਖ ਜਿਹੜੇ ਆ ਤੇ ਇਹ ਖੁਸ਼ੀ ਦੇ ਮੰਗਲ ਗੀਤ ਗਾਉਂਦੇ ਹਨ। ਵਿਆਹਣ ਆਇਆ ਗੁਰਮੁਖ ਹਾਰ ਪਾਇਆ, ਜਦੋਂ ਗੁਰੂ ਘਰ ਦੇ ਵਿੱਚ ਵਿਆਹਣ ਮਲਾਪ ਵਾਸਤੇ ਆਇਆ ਸਤਿਗੁਰੂ ਨਾ, ਤੇ ਗੁਰਮੁਖ ਗੁਰੂ ਪਾਇਆ। ਗੁਰੂ ਮੁਖ ਦੁਆਰਾ ਪਵਿੱਤਰ ਗੁਰਬਾਣੀ ਦਾ ਉਪਦੇਸ਼ ਪਾਇਆ ਹੈ। ਜਦੋਂ ਉਪਦੇਸ਼ ਨੂੰ ਧਾਰ ਲਿਆ ਉਹ ਗੁਰਮੁਖ ਬਣ ਗਿਆ। ਜਿਹੜਾ ਗੁਰਮੁਖ ਬਣ ਗਿਆ ਉਹ ਗੁਰੂ ਦਾ ਮਲਾਪੀ ਬਣ ਜਾਂਦਾ ਹੈ। ਸਾਧਾਨ ਕੰਤ ਪਿਆਰੀ, ਉਹ ਜੀਵ ਰੂਪੀ ਜਿਹੜੀ ਇਸਤਰੀ ਹੈ ਉਹ ਕੰਤ ਮਾਲਕ ਪਰਮੇਸ਼ਰ ਨੂੰ ਪਿਆਰੀ ਹੁੰਦੀ ਹੈ। ਸੰਤ ਜਨਾ ਮਿਲ ਮੰਗਲ ਗਾਏ, ਉਹ ਸੰਤ ਜਨਾਂ ਮਹਾਤਮਾ ਜਨਾਂ ਨਾਲ ਮਿਲ ਕੇ ਦੁਨੀਆ ਦੇ ਲੋਕ ਤਾਂ ਖੁਸਰੇ ਆ ਗਏ, ਹੀਜੜੇ ਆ ਗਏ, ਐਕਟਰ ਐਕਟਰੈਸਾਂ ਆ ਗਈਆਂ, ਇਹਨਾਂ ਨਾਲ ਮਿਲ ਕੇ ਦੁਨਿਆਵੀ ਆਸ਼ਕੀ ਮਸ਼ੂਕੀਆਂ ਦੇ ਗੀਤ ਗਾਉਂਦੇ ਨਾ। ਉਹ ਗੁਰਮੁਖ ਪਿਆਰੇ ਜਿਹੜੇ ਬੰਦਗੀ ਵਾਲੇ ਮਹਾਤਮਾ ਸੰਤ ਜਨ ਰੱਬ ਦੇ ਮਲਾਪ ਵਾਲੇ ਖੁਸ਼ੀਆਂ ਦੇ ਗੀਤ ਗਾਉਂਦੇ ਹਨ, ਲੁੱਡੀਆਂ ਪਾਉਂਦੇ ਹਨ ਕਿ ਹੋਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਐਸਾ ਹੁੰਦਾ ਹੈ। ਸੰਤ ਜਨਾ ਮਿਲ ਮੰਗਲ ਗਾਏ, ਉਹ ਸੰਤ ਜਨਾਂ ਨਾਲ ਮਿਲ ਕੇ ਮੰਗਲ ਪਰਮਾਤਮਾ ਦੇ ਮਲਾਪ ਹੋਣ ਤੋਂ ਖੁਸ਼ੀਆਂ ਦੇ ਗੀਤ ਗਾਉਂਦੇ ਹਨ, ਅਨਹਦ ਬਾਜੇ ਵਜਾਉਂਦੇ ਹਨ। ਹਰ ਜੀਓ ਆਪ ਸਵਾਰੀ, ਹਰੀ ਜਿਹੜਾ ਜੀਓ ਸਤਿਕਾਰਯੋਗ ਹੈ ਉਸ ਨੇ ਐਸੀਆਂ ਜੀਵ ਆਤਮਾ ਨੂੰ ਸ਼ੁਭ ਗੁਣਾਂ ਦੁਆਰਾ ਵਿਭੂਸ਼ਿਤ ਕਰਕੇ ਆਤਮਾ ਗਿਆਨ ਦੇ ਕੇ ਸ਼ਿੰਗਾਰ ਦੇਣਾ ਕੀਤਾ ਹੈ। ਸੁਰ ਨਾਰ ਗਣ ਗੰਧਰਵ ਮਿਲ ਆਏ, ਜਦੋਂ ਐਸਾ ਵਿਆਹ ਹੁੰਦਾ ਸੁਰ ਦੇਵਤੇ ਵੀ ਆਉਂਦੇ ਐ ਤੇ ਗਣ ਜਿਹੜੇ ਟੌਣਾ ਛਾਉਣਾ ਗੰਧਾਰੋ ਹਾਹਾ ਹੂਹੂ ਉਹ ਵੀ ਇਸ ਵਿਆਹ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਆਉਂਦੇ, ਬ੍ਰਹਮ ਗਿਆਨੀਆਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਸੁਰ ਨਾਰ ਗਣ ਗੰਧਰਵ ਮਿਲ ਆਏ, ਸੁਰ ਦੇਵਤਿਆਂ ਵਰਗੇ ਗਣ ਜਿਹੜੇ ਹਰ ਵੇਲੇ ਸ਼ਿਵ ਜੀ ਦੇ ਟੌਣਾ ਛਾਉਣਾ ਤੇ ਜਿਹੜੇ ਸਵਰਗ ਦੇ ਗੰਧਰਵ ਹਾਹਾ ਹੂਹੂ ਇਸ ਤਰ੍ਹਾਂ ਦੇ ਬ੍ਰਹਮ ਵੇਤੇ ਜਿਹੜੇ ਗਿਆਨਵਾਨ ਲੋਕ ਉਹ ਗੁਰਮੁਖਾਂ ਦੇ ਮਲਾਪ ਰੂਪੀ ਦਿਨ ਵਿੱਚ ਆ ਕੇ ਸ਼ਾਮਿਲ ਹੁੰਦੇ ਹਨ। ਅਪੂਰਵ ਜੰਜ ਬਣਾਈ,
ਕਹਿੰਦੇ ਇਹੋ ਜਿਹੀ ਜੰਝ ਬਣ ਜਾਂਦੀ ਜਿਹੜੀ ਪਹਿਲਾਂ ਕਿਤੇ ਦੇਖੀ ਸੁਣੀ ਨਹੀਂ ਹੁੰਦੀ। ਜਦੋਂ ਮਹਾਰਾਜ ਗਏ ਗੋਰਖ ਕੋ, ਭਰਥਰੀ ਜਾ ਰਿਹਾ ਸੀ, ਹਰਨੀ ਆਪਣੀ ਕਿਸੇ ਪ੍ਰਕਿਰਿਆ ਸੀ, ਉਹ ਮਨ ਵਿੱਚ ਭਾਵ ਹੋਇਆ, ਉਹ ਕੋਈ ਕੌਤਕ ਸੀ। ਕਹਿੰਦੇ ਤੇਰਾ ਸੰਜੋਗ ਹਾਲੇ ਬਾਕੀ ਹੈ। ਜੂਨਾਗੜ੍ਹ ਰਾਜੇ ਦੀ ਜਿਹੜੀ ਲੜਕੀ ਉਹਨੂੰ ਪਰਨ ਕੀਤਾ ਹੈ, ਦੇਖਿਆ ਨਹੀਂ ਸੁਣਿਆ ਹੀ ਸੀ ਕਿ ਭਰਥਰੀ ਰਾਜਾ ਇਸ ਪ੍ਰਕਾਰ ਦਾ ਹੈ, ਉਹਦੇ ਨਾਲ ਸ਼ਾਦੀ ਕਰਨੀ ਹੈ। ਇੱਕ ਡੋਲ ਸੀ, ਉਹਦੇ ਦੁਆਰਾ ਬਲਟੋ ਭਰਦਾ ਸੀ 68 ਕਿਲੋ ਦਾ, 68 ਡੋਲ ਪੈਂਦੇ ਸੀ, ਉਹ ਦੇਗ ਵਿੱਚ ਚੱਕ ਕੇ ਲਿਆਉਂਦਾ ਸੀ। ਜਦੋਂ ਬੰਦੇ ਦੇ ਮਨ 'ਚ ਬੋਝ ਹੋਵੇ ਫਿਰ ਥੋੜ੍ਹਾ ਵਜਨ ਚੱਕਣਾ ਵੀ ਔਖਾ। ਸਿੱਧੀ ਵੱਲ ਸੀ ਅਤੇ ਬੜਾ ਹੈਰਾਨ। ਗੋਰਖ ਕਹਿੰਦਾ ਕੀ ਗੱਲ? ਕਹਿੰਦੇ ਮਹਾਰਾਜ ਮੈਂ ਤਾਂ ਅੱਗੇ ਹੀ ਇਸ ਜਾਲ 'ਚੋਂ ਨਿਕਲ ਕੇ ਆਇਆ, ਇਹ ਹਾਲੇ ਹੋਰ ਸਿਆਪਾ ਮੇਰੇ ਸਿਰ ਹੈ। ਵੀ ਉਹਨੂੰ ਪਰਨ ਕੀਤਾ, ਜੇ ਇੰਨੇ ਸਮੇਂ 'ਚ ਨਾ ਆਇਆ, ਚਿਖਾ ਚਿਣੀ ਹੋਈ ਹੈ, ਦਾਹ ਕਰ ਲੈਣਾ ਹੈ, ਆਪਣੇ ਆਪ ਨੂੰ ਸਤੀ ਕਰ ਲੈਣਾ ਹੈ। ਕਹਿੰਦਾ ਮੈਂ ਇੰਨੀ ਛੇਤੀ ਤਾਂ ਪਹੁੰਚਾ ਨਹੀਂ ਸਕਦਾ। ਗੁਰੂ ਸਾਹਿਬ ਵੀ ਗਏ ਸੀ, ਕਹਿੰਦੇ ਕਿਉਂ ਘਬਰਾਉਂਦਾ? ਅਤੇ ਮਹਾਰਾਜ ਕਹਿੰਦੇ ਮੀਟੋ ਅੱਖਾਂ, ਪਹੁੰਚਾ ਦਿੱਤਾ। ਬਾਗ 'ਚ ਡੇਰਾ ਲਾਇਆ ਅਤੇ ਆਪ ਪਾਸੇ ਸੱਜ ਗਏ। ਭਾਈ ਬਾਲਾ ਮਰਦਾਨਾ ਨੂੰ ਕਿਹਾ ਜੋ ਵੀ ਕਿਰਿਆ ਸਾਨੂੰ ਦੱਸਣੀ। ਉਹ ਲੜਕੀ ਸਖੀਆਂ ਸਹੇਲੀਆਂ ਨਾਲ ਆ ਗਈ। ਜਿਹੜੇ ਦੇਖਿਆ ਅਤੇ ਉਹ ਆਲੇ ਦੁਆਲੇ ਲੱਗ ਪਏ ਪਹਿਲਾਂ ਪਾਉਣ। ਰਾਜੇ ਨੂੰ ਦੱਸਿਆ ਵੀ ਇੱਕ ਸਾਧੂ ਆਇਆ, ਅਵਧੂਤ, ਜਟਾਂ ਭਭੂਤੀ ਮਲੀ ਹੋਈ ਹੈ, ਸ਼ਹਿਜ਼ਾਦੀ ਉੱਥੇ ਗੇੜੇ ਕੱਢ ਰਹੀ ਹੈ, ਗ੍ਰਿਫਤਾਰ ਕਰ ਲਿਆ। ਸ਼੍ਰੀ ਮਰਦਾਨਾ ਬਾਲਾ ਜੀ ਨੇ ਦੱਸਿਆ ਵੀ ਮਹਾਰਾਜ ਭਰਥਰੀ ਦਾ ਗ੍ਰਿਫਤਾਰ ਕਰ ਲਿਆ। ਕਹਿੰਦੇ ਕੋਈ ਗੱਲ ਨਹੀਂ। ਮਹਾਰਾਜ ਆ ਗਏ, ਕਹਿਣ ਲੱਗੇ ਜਿਹੜੀ ਤੇਰੀ ਲੜਕੀ ਸ਼ਹਿਜ਼ਾਦੀ ਨੇ ਭਰਥਰੀ ਨਾਲ ਸ਼ਾਦੀ ਦਾ ਸੰਕਲਪ ਕੀਤਾ, ਦਾਹ ਕਰਨਾ ਚਾਹੁੰਦੀ ਹੈ, ਇਹ ਉਹੀ ਹੈ। ਕਹਿੰਦੇ ਇਹਦਾ ਕਰਮ ਹੈ, ਇਹ ਭੁਗਤਾਨ ਭੁਗਤਣਾ ਹੈ। ਕਹਿੰਦੇ ਮਹਾਰਾਜ ਮੈਂ ਐਡਾ ਰਾਜਾ, ਇਹ ਤਾਂ ਹੁਣ ਫਕੀਰ ਹੋਇਆ ਰਾਜ ਕੰਨਿਆ, ਜੰਝ ਨਹੀਂ ਸਾਜੋ ਸਮਾਜ ਨਹੀਂ, ਕਿਸ ਤਰ੍ਹਾਂ ਹੋਏਗਾ? ਮਹਾਰਾਜ ਕਹਿੰਦੇ ਨਹੀਂ, ਤੁਸੀਂ ਲਾਵਾਂ ਕਰੋ, ਜੰਝ ਵੀ ਆ ਜੂਗੀ, ਤਿਆਰੀ ਕਰੋ। ਤਿਆਰੀ ਹੋ ਗਈ ਅਤੇ ਮਹਾਰਾਜ ਨੇ ਦ੍ਰਿਸ਼ਟੀ ਕੀਤੀ, ਉਹ ਪਵਿੱਤਰ ਰੂਹਾਂ ਪਤਾ ਨਹੀਂ ਕਿੰਨੀਆਂ ਕੁ ਆ ਗਈਆਂ। ਬੈਂਡ ਬਾਜੇ ਵੱਜ ਰਹੇ, ਢੋਲ ਢਮੱਕਾ ਖੜਕ ਰਿਹਾ। ਕਹਿੰਦਾ ਮਹਾਰਾਜ ਤਾਂ ਬਹੁਤ ਆ ਗਿਆ, ਇਹਨਾਂ ਨੂੰ ਰੋਟੀ ਕਿੱਥੋਂ ਦਊਂਗਾ? ਮਹਾਰਾਜ ਕਹਿੰਦੇ ਜਿਹੜੇ ਆਏ ਆਪਣੀ ਰੋਟੀ ਪਾਣੀ ਵੀ ਆਪੇ ਲੈ ਆਉਣਗੇ। ਆਕਾਸ਼ਚਾਰੀ ਆ ਗਏ। ਉਹ ਜਿਸ ਵੇਲੇ ਫਿਰ ਰਸਮ ਕਰਤੀ ਅਤੇ ਮਹਾਰਾਜ ਨੇ ਇਹ ਤਾਂ ਗਿਆਨੀ ਬਣਾਏ ਦਿੱਤਾ ਸੀ। ਮਹਾਰਾਜ ਨੇ ਉਹ ਲੜਕੀ ਨੂੰ ਵੀ ਮਹਾਰਾਜ ਨੇ ਗਿਆਨ ਦਿੱਤਾ। ਕਹਿੰਦੇ ਦੇਵੀ ਹੁਣ ਬਾਸ਼ਨਾ ਨੂੰ ਖਤਮ ਕਰ, ਤੇਰਾ ਸਕਲ ਪੂਰਾ ਕਰਤਾ, ਭਜਨ ਕਰਕੇ ਤੂੰ ਵੀ ਜਨਮ ਸਵਾਰੇ ਦਾ ਹੁਣ ਸਾਧੂ ਹੋ ਗਿਆ। ਇਸ ਤਰ੍ਹਾਂ ਕਈ ਵਾਰੀ ਜੰਝ ਵੀ ਬਣਾ ਦਿੰਦੇ ਹਨ। ਸੰਤ ਜਨਾ ਮਿਲ ਮੰਗਲ ਗਾਏ, ਉਹ ਜਿਹੜੇ ਸੰਤ ਜਨ ਮਿਲ ਕੇ ਮੰਗਲ ਗਾਉਂਦੇ ਹਨ, ਕਿਸੇ ਦੇ ਮਨ 'ਚ ਵੀ ਕੋਈ ਇਹੋ ਜਿਹਾ ਭਾਵ ਪੈਦਾ ਹੋ ਜਾਏ, ਉਹਨੂੰ ਖਤਮ ਕਰਕੇ ਉਹਨੂੰ ਵੀ ਆਤਮਾ ਆਨੰਦ ਦੀ ਅਵਸਥਾ ਵਿੱਚ ਜੋੜ ਦਿੰਦੇ ਹਨ। ਹਰ ਜੀਓ ਆਪ ਸਵਾਰੀ, ਹਰੀ ਜੀ ਨੇ ਉਹਨਾਂ ਜੀਵਾਤਮਾ ਨੂੰ, ਜੇ ਕਿਸੇ ਦੇ ਮਨ 'ਚ ਕੋਈ ਵਿਅੰਗ ਭਾਵ ਆ ਜਾਏ, ਉਹਨੂੰ ਦੂਰ ਕਰਕੇ ਉਹਨਾਂ ਦੇ ਜੀਵਨ ਵੀ ਸਵਾਰ ਦਿੰਦੇ ਆ। ਮਾੜਾ ਆਦਮੀ ਦਾ ਤਿਲਕ ਜਾਊਗਾ ਨਾ, ਰੁੜ ਜਾਊਗਾ। ਜਿਹੜੇ ਸਮਰੱਥ ਆ, ਜਦੋਂ ਸ਼ਿਵਨਾਵ ਰਾਜੇ ਕੋ ਭਾਈ ਮਨਸੁਖ ਨੇ ਦੱਸਿਆ ਸੀ ਨਾ ਗੁਰੂ ਨਾਨਕ ਸਾਹਿਬ ਜੀ ਬਾਰੇ, ਤੋ ਜੋਗੀਆਂ ਦਾ ਚੇਲਾ ਸੀ ਅਤੇ ਪ੍ਰੀਖਿਆ ਵਾਸਤੇ ਕਈ ਨਾਨਕ ਬਣ ਗਏ ਵੀ ਸੁੱਕਾ ਬਾਗ ਹਰਾ ਹੋ ਜਾਵੇ, ਚਰਨ ਪਾਉਣਗੇ। ਕੋਈ ਨਾ ਕਰ ਸਕਿਆ, ਜੜ ਚੇਤਨ ਮਾਇਆ ਦੇ ਪ੍ਰਭਾਵ ਵਿੱਚ ਆ ਗਏ। ਜਦੋਂ ਪਾਤਸ਼ਾਹ ਜੀ ਗਏ
ਚਰਨ ਪਾਏ ਸੁੱਕਾ ਬਾਗ ਸੂਕੇ, ਹਰੇ ਕੀਏ ਖਿਨ ਮਾਹੇ, ਸੂਕੇ ਕਾਸ਼ਟ ਭਏ ਚਲੂਲ, ਤੇ ਸਾਹ ਫੇ ਆਇਆ। ਮਹਾਰਾਜ ਨੇ ਪਿੱਠ ਕਰ ਲਈ। ਫਿਰ ਇੱਕ ਲੱਤ ਪਾਰ ਖੜਾ ਰਿਹਾ। ਬਹੁਤ ਮਿਹਨਤਾਂ। ਫਿਰ ਮਹਾਰਾਜ ਕਹਿੰਦੇ ਵੀ ਕਈ ਵਿਦਿਆਰਥੀ ਹਾਲੇ ਪ੍ਰਾਇਮਰੀ ਦੇ ਹੀ, ਤੂੰ ਪਰਚੇ PhD ਦੇ ਪਾਉਂਦਾ ਰਿਹਾ। ਇਉਂ ਨਹੀਂ ਕਰੀਦਾ ਹੁੰਦਾ। ਜਿਹੋ ਜਿਹਾ ਵਿਦਿਆਰਥੀ ਹੋਵੇ ਨਾ, ਉਹਦਾ ਸਿਲੇਬਸ, ਉਹਦੀ ਪ੍ਰੀਖਿਆ, ਉਹਦੇ ਮਾਸਟਰ ਵੀ ਉਹੋ ਜਿਹਾ ਹੁੰਦੇ ਆ। ਇਸ ਕਰਕੇ ਹਰ ਬੰਦਾ ਉਸ ਮੰਜ਼ਿਲ 'ਤੇ ਤਾਂ ਹੋ ਨਹੀਂ ਸਕਦਾ। ਫਿਰ ਉਸ ਨੇ ਪਰਖ ਵਾਸਤੇ ਜੜ ਚੇਤਨ ਮਾਇਆ ਦੇ ਬੜੇ ਪ੍ਰਭਾਵ ਬਣਾਏ। ਫਿਰ ਮਹਾਰਾਜ ਨੇ ਇੱਕੋ ਹੀ ਸ਼ਬਦ ਕਿਹਾ ਸੀ ਨਾ, ਗਾਛੋ ਪੁੱਤਰੀ ਰਾਜ ਕੁਆਰ, ਨਾਮ ਭਣੋ ਸੱਚ ਦੋਤ ਸਭ। ਬਕਾਰ ਖਤਮ ਕਰਕੇ ਉਹਨਾਂ ਨੂੰ ਸ਼ਾਂਤ ਕਰ ਦਿੱਤਾ ਸੀ। ਇਹ ਸਮਰੱਥ ਗੁਰੂ ਵਿੱਚ ਐਸੀ ਤਾਕਤ ਹੁੰਦੀ ਹੈ। ਹਰ ਜੀਓ ਆਪ ਸਵਾਰੀ, ਹਰੀ ਜੀਓ ਆਪ ਕਿਰਪਾ ਕਰਕੇ ਜਿਹੜਾ ਉਹਨਾਂ ਦੀ ਸ਼ਰਨ 'ਚ ਭਾਵੇਂ ਉਲਟਾ ਪੁਲਟਾ ਭਾਵ ਲੈ ਕੇ ਵੀ ਆਉਂਦਾ, ਉਹ ਦਿਵ ਦ੍ਰਿਸ਼ਟੀ ਕਰਕੇ, ਉਹਦੇ ਬਕਾਰ ਦੂਰ ਕਰਕੇ ਉਹਨਾਂ ਦੇ ਜੀਵਨ ਨੂੰ ਸਵਾਰ ਦਿੰਦੇ। ਜਿਹੜੇ ਜ਼ਾਲਮ ਆ, ਬਾਬਰ ਵਰਗੇ, ਲਾਜਵਰਦ ਵਰਗੇ, ਅਬਰਾ ਵੀ ਮਰ ਗਏ, ਔਰ ਹਾਰੂ ਕਾਰੂ ਵਰਗੇ, ਉਹਨਾਂ ਦੇ ਵੀ ਜੀਵਨ ਸਵਾਰਤੇ ਨਾ ਰਾਜਿਆਂ ਦੇ। ਅਤੇ ਜਿਹੜੇ ਕੌਡੇ ਰਾਖਸ਼ ਵਰਗੇ ਸੀ, ਸੱਜਣ ਠੱਗ ਭੂਮੀ ਚੋਰ ਵਰਗੇ ਸੀ, ਉਹਨਾਂ ਦੇ ਵੀ ਸਵਾਰਤੇ। ਜਿਹੜੇ ਵਿਸ਼ਈ ਪੰਬਰ ਸੀ, ਇਸ ਵਾਸਤੇ। ਅਤੇ ਜਿਹੜੇ ਜਿਗਿਆਸੂ ਗਿਆਨੀ ਸੀ, ਉਹਨਾਂ 'ਤੇ ਵੀ ਬਖਸ਼ਿਸ਼ਾਂ ਕਰ ਦਿੰਦੇ ਹਨ। ਸੁਰ ਨਰ ਗਣ ਗੰਧਰਵ ਮਿਲ ਆਏ, ਇਹ ਸੁਰ ਵੀ, ਗਣ ਵੀ, ਗੰਧਰਵ ਵੀ ਮਿਲ ਕੇ ਆਏ ਹਨ। ਅਪੂਰਬ ਜੰਝ ਬਣਾਈ, ਇਸ ਤਰ੍ਹਾਂ ਦੀ ਜੰਝ ਕਹਿੰਦੇ ਨਾ ਕਦੀ ਦੇਖੀ ਸੁਣੀ। ਇਸ ਤਰ੍ਹਾਂ ਦੀ ਜੰਝ ਮਹਾਰਾਜ ਬਣਾ ਦਿੰਦੇ ਹਨ। ਨਾਨਕ ਪ੍ਰਭ ਪਾਇਆ ਮੈਂ ਸਾਚਾ, ਕਹਿੰਦੇ ਅਸੀਂ ਪ੍ਰਭੂ ਸੱਚਾ ਨਿਰੰਕਾਰ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ, ਉਹਨਾਂ ਨੂੰ ਪਾ ਲਿਆ। ਉਹਨਾਂ ਤੋਂ ਨਾਮ ਅੰਮ੍ਰਿਤ, ਗਿਆਨ ਅੰਮ੍ਰਿਤ ਨੂੰ ਪਾਇਆ ਹੈ। ਨਾ ਕਦੇ ਮਰੈ ਨਾ ਜਾਈ, ਹੁਣ ਇਸ ਤਰ੍ਹਾਂ ਦਾ ਬਰ ਵਿਨਾਸ਼ੀ ਪਾਇਆ, ਨਾ ਕਦੇ ਮਰੇ ਨਾ ਜਾਇਆ। ਇੱਥੇ ਰੰਡੇਪੇ ਦਾ ਦੁੱਖ ਨਹੀਂ, ਫਿਰ ਬੇਛੋੜਾ ਨਾ ਥੀ ਵਈ। ਬਲਰਾਮ ਜੀ ਉਹ ਪਿੱਟ ਸਿਆਪਾ ਨਹੀਂ ਫਿਰ ਕਰਨਾ ਪੈਂਦਾ, ਜਦੋਂ ਪਰਮਾਤਮਾ ਰੂਪੀ ਪਤੀ ਪਾ ਲਿਆ ਹੈ। ਸੁਰ ਨਰ ਗਣ ਗੰਧਰਵ ਮਿਲ ਆਏ, ਇਹ ਸਾਰੇ ਹੀ ਪਵਿੱਤਰ ਪੁਰਸ਼ ਮਿਲ ਕੇ ਆਏ ਹਨ। ਅਪੂਰਬ ਜੰਝ ਬਣਾਈ, ਇਸ ਤਰ੍ਹਾਂ ਦੀ ਜੰਝ ਬਣਾਈ। ਵਿਆਹ ਲੋਕਾਂ ਦੇ ਬਹੁਤ ਹੁੰਦੇ, ਪਰ ਜਦੋਂ ਜੀਵ ਆਤਮਾ ਦਾ ਵਿਆਹ ਕਰਤਾਰ ਨਾਲ ਹੋਇਆ, ਇਹ ਐਸੀ ਜੰਝ ਬਣਾਈ। ਭਾਈ ਸਾਲੋ ਵਰਗੇ, ਭਾਈ ਜੇਠਾ ਪੁਰਾਣਾ, ਮੇਰੀ ਚੰਦ, ਬਾਬਾ ਮੰਝ, ਬਾਬਾ ਲੰਗਾਰ ਕੇ ਇੱਥੇ ਗੁਰਸਿੱਖ ਆ ਕੇ ਬਹਿੰਦੇ ਨਾ, ਜਦੋਂ ਬ੍ਰਹਮ ਗਿਆਨ ਦੀਆਂ ਦਾਤਾਂ ਦਿੰਦੇ ਹਨ, ਚਿੱਠੇ, ਸਰਟੀਫਿਕੇਟ, ਪ੍ਰਮਾਣ ਪੱਤਰ ਦਿੰਦੇ ਹਨ। ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਐਸੀ ਕਿਰਪਾ ਕਰ ਦਿੰਦੇ ਹਨ। ਨਾਨਕ ਪ੍ਰਭ ਪਾਇਆ ਮੈਂ ਸਾਚਾ, ਅਸੀਂ ਪ੍ਰਭੂ ਸੱਚਾ ਪਾ ਲਿਆ ਹੈ ਉਹਨਾਂ ਦੀ ਬਖਸ਼ਿਸ਼ ਨਾਲ ਹੀ। ਨਾ ਕਦੇ ਮਰੈ ਨਾ ਜਾਈ, ਉਹ ਪਰਮੇਸ਼ਰ ਨਾ ਜੰਮਦਾ ਹੈ ਨਾ ਮਰਦਾ ਹੈ, ਉਹ ਤਾਂ ਇੱਕ ਰਸ ਰਹਿੰਦਾ ਹੈ। ਨਾ ਜਾਏ ਤੇ ਮੇਰੇ ਤੇ ਕਦਾਚਨ ਨਾਇੰ ਭੂਤਵਾ ਭਵਤਵਾ ਨ ਭੂਜਾ, ਅਜੋ ਨਿਤਹਾ ਸ਼ਾਸ਼ਵਤੋ ਨਾ ਹਨ ਮੰਨਤੇ ਹਨ ਮੰਨਤੇ ਸਰੀਰੇ। ਸਰੀਰ ਦੇ ਹਨਣ ਨਾਲ ਉਹਦਾ ਹਨਣ ਨਹੀਂ ਹੁੰਦਾ, ਉਹ ਮਰਨ ਜੰਮਣ 'ਚ ਨਹੀਂ ਆਉਂਦਾ। ਉਹ ਇੱਕ ਰਸ ਰਹਿਣ ਵਾਲਾ ਹੈ, ਐਸਾ ਅਟਲ ਅਵਿਨਾਸ਼ੀ ਨਿਰੰਕਾਰ ਰੂਪੀ ਬਰ ਜੀਵ ਆਤਮਾ ਗਿਆਨਵਾਨਾਂ ਨੇ ਪ੍ਰਾਪਤ ਕਰ ਲੈਣਾ ਕੀਤਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਦੇਖੋ ਉਹਨਾਂ ਬ੍ਰਹਮ ਗਿਆਨੀਆਂ ਦੇ ਵਿਆਹ ਦੀ ਕਥਾ ਸੁਣਾਈ ਹੈ। ਆ ਦੁਨੀਆ ਦੇ ਵਿਆਹ ਵੀ ਹੁੰਦੇ ਅੱਜ ਕੱਲ੍ਹ, ਤੁਸੀਂ ਦੇਖਦੇ ਹੀ ਆ ਕੀ ਹਾਲ ਹੈ।
ਇੱਕ ਇਸ ਤਰ੍ਹਾਂ ਉੱਥੇ ਹੱਡਾ ਰੋੜੀ ਬਣ ਜਾਂਦੇ ਆ, ਕਿੰਨੇ ਜੀਵ ਜਵਾ ਹੁੰਦੇ ਆ, ਔਰ ਪਲੇਟ ਤੇ ਪਲੇਟ ਖੜਕਦੀ, ਔਰ ਆ ਕੇ ਕੰਜਰੀਆਂ ਨਾਚ ਕਰਦੀਆਂ। ਉਹਨਾਂ ਨੂੰ ਮਾਇਆ ਵੀ ਲੋਕ ਬਹੁਤ ਦਿੰਦੇ ਆ। ਉੱਤੇ ਬੇਲਾਂ ਛੇਲਾਂ ਵੀ ਕਾਫੀ ਬੋਤਲਾਂ ਪੀ ਕੇ ਤੇ ਜਿਹੜੇ ਕਾਰਮ ਕੇ ਲਿਆਉਂਦੇ ਆ ਉਹ ਵੀ ਖੁੱਲ੍ਹਾ ਗੱਫਾ। ਪਰ ਜਿਹੜਾ ਇਹ ਜੀਵਾਤਮਾ ਪਰਮਾਤਮਾ ਦੇ ਮਿਲਾਪ ਦਾ ਵਿਆਹ, ਇਹਦੀ ਕਥਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਮਖਾਰਵਿਆਂ ਤੋਂ ਅਲੌਕਿਕ ਢੰਗ ਨਾਲ ਕੀਤੀ ਹੈ। ਧੰਨ ਸੱਚੇ ਪਾਤਸ਼ਾਹ, ਉਹਨਾਂ ਦੀ ਅੰਮ੍ਰਿਤ ਰੂਪ ਐਸੀ ਗੁਰਬਾਣੀ, ਅਤੇ ਗੁਰਬਾਣੀ ਦੇ ਕਰਤੇ ਕਿੰਨੇ ਮਹਾਨ ਹਨ। ਅਸੀਂ ਉਹਨਾਂ ਨੂੰ ਅਨੰਤ ਵੇਰੀ ਨਮਸਕਾਰ ਕਰਦੇ ਹਾਂ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਹਮੇਸ਼ਾ ਹਮੇਸ਼ਾ ਕਰਦੇ ਰਹੀਏ। ਆਪਣੇ ਚਰਨਾਂ ਦਾ ਪਿਆਰ ਬਖਸ਼ਦੇ ਰਹਿਣ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਔਰ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।